ਜਿਹੜੀ ਦੋਸਤੀ ਹੈ ਨਾ, ਕਈ ਵਾਰੀ ਇਹ ਰਿਸ਼ਤੇ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੋ ਜਾਂਦੀ ਹੈ। ਬਟ ਜਦੋਂ ਅਸੀਂ ਘਰੋਂ ਘਰੀ ਲੁੱਡੋ ਖੇਡੀ ਲੁੱਡੋ ਖੇਡਦੇ ਸੀ ਅਸੀਂ। ਮੇਰੀ ਥੋੜੀ ਜੀ ਪ੍ਰੋਬਲਮ ਆ, ਮੇਰਾ ਮੈਮਰੀ ਕਾਰਡ ਛੋਟਾ ਹੈ, ਮੈਨੂੰ ਯਾਦ ਨਹੀਂ ਰਹਿੰਦਾ। ਇਹਨਾਂ ਦਾ ਵਿਚਾਰਿਆਂ ਦਾ रोमांस ही ਅੱਡ तरीके वो स्त्री है वो प्रेस तो करेगी। तो वरना मेरा ब्रदर कहता है मैं लड़कों वाली फीलिंग आती तुझे देख के, ऐसा लगता है कोई मेरा भाई, छोटा भाई बैठा हुआ है। रोमांस मैं तो यूं भी नहीं कहती। निकीत करके तो ज्यादा गया। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੇ ਨਾਲ ਸੋਨਾਲੀ ਤੇ ਤੁਸੀਂ ਦੇਖ ਰਹੇ ਹੋ PTC ਸ਼ੋਕੇਸ, ਇੱਕ ਅਜਿਹਾ ਸ਼ੋਅ ਜਿੱਥੇ ਬਹੁਤ ਸਾਰੇ ਸੈਲੀਬ੍ਰਿਟੀਜ਼ ਆਉਂਦੇ ਆ, ਆਪਾਂ ਗੱਲ ਕਰਦੇ ਆ ਫਿਲਮਾਂ ਬਾਰੇ ਤੇ ਗਾਣਿਆਂ ਬਾਰੇ। ਤੇ ਜ਼ਾਹਿਰ ਜਿਹੀ ਗੱਲ ਆ ਕਿ ਕੋਵਿਡ ਤੋਂ ਬਾਅਦ ਫਿਲਮਾਂ ਰਿਲੀਜ਼ ਹੋ ਰਹੀਆਂ ਨੇ, ਥੈਂਕ ਗੋਡ ਫॉर दैट। ਤੇ ਨਾਲ ਹੀ ਸਾਡੇ ਕੋਲ ਸਟਾਰ ਕਾਸਟ ਆ ਰਹੀਆਂ ਨੇ ਫॉर ਇੰਟਰਵਿਊ ਐਂਡ ਫॉर ਮੂਵੀ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਕਰਨ। ਤੇ ਅੱਜ ਵੀ ਮੇਰੇ ਨਾਲ ਇੱਕ ਸਟਾਰ ਕਾਸਟ ਸਟੂਡੀਓ ਦੇ ਵਿੱਚ ਮੌਜੂਦ ਆ। ਫਿਲਮ ਦਾ ਨਾਂ ਹੈ ਜੀ ਯਾਰ ਅਨਮੁੱਲੇ ਰਿਟਰਨਸ। ਸੋ ਲੈਟਸ ਵੈਲਕਮ ਯਾਰ ਅਨਮੁੱਲੇ। ਸਤਿ ਸ਼੍ਰੀ ਅਕਾਲ ਹਰੀਸ਼। ਸਤਿ ਸ਼੍ਰੀ ਅਕਾਲ ਨਿਕੇਤ ਐਂਡ ਸਤਿ ਸ਼੍ਰੀ ਅਕਾਲ ਪ੍ਰਭ। ਸਤਿ ਸ਼੍ਰੀ ਅਕਾਲ। ਕਿਵੇਂ ਹੋ ਤੁਸੀਂ ਸਾਰੇ? ਬਹੁਤ ਅੱਛੇ, ਬਹੁਤ ਵਧੀਆ ਜੀ। ਸੋ ਜਿਵੇਂ ਮੈਂ ਬੋਲਿਆ ਕਿ ਆਲਮੋਸਟ ਈਅਰ, 1 ਸਾਲ ਬਾਅਦ ਫਿਲਮ ਰਿਲੀਜ਼ ਹੋਈ ਆ ਤੇ ਐਕਸਾਈਟਮੈਂਟ ਆ, ਨਰਵਸਨੈਸ ਆ, ਆਈ ਨੋ ਮਿਕਸਡ ਇਮੋਸ਼ਨਸ ਆ। ਇੱਕ ਚੀਜ਼ ਦੱਸੋ, ਤੁਹਾਡੀ ਫਿਲਮ ਤੋਂ ਪਹਿਲਾਂ ਕੁਛ ਇੱਕ ਫਿਲਮਾਂ ਪੋਲੀਵੁੱਡ ਦੇ ਵਿੱਚ ਰਿਲੀਜ਼ ਹੋ ਚੁੱਕੀ ਆ ਆਫਟਰ ਲੋਕਡਾਊਨ, ਇਸ ਤੋਂ ਪਹਿਲਾਂ। ਸੋ ਉਹ ਦੇਖਿਆ ਜਾਂ ਫਿਰ ਸਿਰਫ ਆਪਣੀ ਦਾ ਹੀ ਵੇਟ ਕਰਦੇ ਸੀ? ਬਾਲੀਵੁੱਡ 'ਚ ਪੁੱਛਦੇ ਹੋ ਨਾ? ਜੀ। ਸੁਣਿਆ ਬਹੁਤ ਆ ਉਹਨਾਂ ਬਾਰੇ, ਦੇਖਣ ਦਾ ਟਾਈਮ ਨਹੀਂ ਲੱਗਿਆ ਬਿਕੋਜ਼ ਕੁਛ ਲਾਈਫ 'ਚ ਹੋਰ ਚੱਲ ਰਿਹਾ ਸੀ। ਸੋ ਸੁਣਿਆ ਬਹੁਤ ਆ ਕਿ ਜਿਹੜੀਆਂ ਫਿਲਮਾਂ ਰਿਲੀਜ਼ ਹੋਈਆਂ ਉਹਨਾਂ ਨੇ ਬਹੁਤ ਸੋਹਣਾ ਕੰਮ ਕੀਤਾ। ਪੀਪਲ ਲਵਡ ਦੈਮ, ਗਏ ਦੇਖਣ ਫਿਲਮਾਂ, ਜੋ ਕਿ ਬਹੁਤ ਵਧੀਆ ਸਾਈਨ ਹੈ। ਤਾਂ ਹੀ ਅਸੀਂ ਹੁਣੇ ਗੱਲ ਕਰ ਰਹੇ ਸੀਗੇ ਕਿ ਬਹੁਤ ਐਕਸਾਈਟਿਡ ਹਾਂ ਅਸੀਂ ਵੀ ਇਸ ਲਈ, ਔਰ ਸ਼ੁਕਰਗੁਜ਼ਾਰ ਹਾਂ ਕਿ ਲੋਕੀ ਘਰੋਂ ਨਿਕਲ ਕੇ ਜਾ ਰਹੇ ਨੇ ਫਿਲਮਾਂ ਦੇਖਣ। ਬਿਲਕੁਲ। ਸੋ ਇਨ ਸ਼ਾਰਟ ਯੂ ਵੇਟਡ ਫॉर योर ਫਿਲਮ ਕਿਉਂਕਿ ਉਹ ਐਕਸਾਈਟਮੈਂਟ ਬਾਲੀ ਸੀ। ਜੀ ਬਿਲਕੁਲ ਕਹਿ ਸਕਦੇ। ਬਟ ਆਈ ਵਾਚਡ, ਮੈਂ ਸਿਨੇਮਾ ਲਵਰ ਐਂਡ ਯੂ نو ਜਿਹੜਾ ਫੀਲ ਹੁੰਦਾ ਸਿਨੇਮਾ 'ਚ ਦੇਖ ਕੇ ਜਾ ਕੇ ਫਿਲਮ ਦੇਖਣ ਦਾ, ਉਹ ਡਿਫਰੈਂਟ ਹੀ ਹੁੰਦਾ। ਅੱਛਾ, ਵੇਖੀ? ਕਿਹੜੀ ਵੇਖੀ? ਮੈਂ ਤੁਨਕਾ ਵੀ ਵੇਖੀ, ਪੁਆੜਾ ਵੀ ਦੇਖੀ, ਮਤਲਬ ਜਿੰਨੀਆਂ ਆਈਆਂ ਮੈਂ ਸਾਰੀਆਂ ਦੇਖ ਲਿਆ। ਮੇਰੀ ਪਹਿਲਾਂ ਵੀ ਆਦਤ ਸੀ, ਮੈਂ ਕੋਈ ਫਿਲਮ ਛੱਡਦੀ ਨਹੀਂ ਸੀ, ਫਲॉप ਤੋਂ ਫਲॉप, ਹਿੱਟ ਤੋਂ ਹਿੱਟ, ਮੈਂ ਸਾਰੀਆਂ ਦੇਖ ਕੇ ਆਈ। ਸੋ ਆਈ ਐਮ ਸ਼ੋਰ ਲੋਕਡਾਊਨ ਟਫ ਹੋਇਆ ਹੋਏਗਾ ਤੁਹਾਡੇ ਲਈ ਬਹੁਤ। ਮਤਲਬ ਇਨੀਸ਼ੀਅਲੀ ਇਟ ਵਾਜ਼ ਫਨ, ਬਟ ਉਸ ਤੋਂ ਬਾਅਦ ਹੌਲੀ ਹੌਲੀ ਥੋੜਾ ਟਾਈਮ ਹੀ ਅੱਛਾ ਲੱਗਦਾ ਸਭ ਕੁਝ, ਉਸ ਤੋਂ ਬਾਅਦ ਨਹੀਂ। ਡਿਪੈਂਡ ਕਰਦਾ ਨਾ, ਜਦੋਂ ਤੁਹਾਨੂੰ ਘਰੋਂ ਬਾਹਰ ਕੰਮ ਕਰਨ ਲਈ ਜਾਣ ਦੀ ਆਦਤ ਪਈ ਹੋਵੇ ਤਾਂ ਘਰੇ ਰਹਿਣਾ ਔਖਾ ਲੱਗਣ ਲੱਗ ਜਾਂਦਾ। ਬਿਲਕੁਲ। ਥੋੜੀ ਦੇਰ ਤਾਂ ਘਰ ਦੇ ਵੀ ਬੱਲੇ ਬੱਲੇ ਕਰਦੇ ਨੇ, ਆਪਣੇ ਆਪ ਨੂੰ ਵੀ ਲੱਗਦਾ ਵੀ ਫੈਮਿਲੀ ਨੂੰ ਟਾਈਮ ਦਿੱਤਾ ਜਾ ਰਿਹਾ, ਪਰ ਫਿਰ ਇੱਕ ਟਾਈਮ ਆਉਂਦਾ ਕਿ ਤੁਹਾਨੂੰ ਤਾਂ ਲੱਗਦਾ ਵੀ ਹੁਣ ਇਨਫ ਹੋ ਗਿਆ ਯਾਰ, ਹੁਣ ਨਹੀਂ। ਸੋ ਇਨਫ ਅਸੀਂ ਸਾਰਿਆਂ ਨੇ ਬਹੁਤ ਜ਼ਿਆਦਾ ਕੀਤਾ ਹੈ, ਆਲਮੋਸਟ 1 ਸਾਲ ਤੋਂ ਜ਼ਿਆਦਾ। ਸੋ ਆਈ ਐਮ ਜਸਟ ਕੀਪਿੰਗ ਮਾਈ ਫਿੰਗਰਸ ਕ੍ਰੋਸ ਕਿ ਚੰਗਾ ਟਾਈਮ ਆ ਰਿਹਾ, ਫਿਲਮਾਂ ਰਿਲੀਜ਼ ਹੋ ਰਹੀਆਂ ਨੇ, ਸੋ ਹੋਪ ਫॉर द बेस्ट। ਅੱਛਾ, ਫਿਲਮ ਦਾ ਨਾਂ ਹੈ ਯਾਰ ਅਨਮੁੱਲੇ। ਸੋ ਤੁਹਾਡੇ ਸਾਰਿਆਂ ਤੋਂ ਪੁੱਛਣਾ ਚਾਹੂੰਗੀ, ਵਾਟ ਇਜ਼ ਫਰੈਂਡਸ਼ਿਪ ਤੁਹਾਡੀ ਡੈਫੀਨੇਸ਼ਨ ਦੇ ਵਿੱਚ? ਮੈਂ ਸਟਾਰਟਿੰਗ ਵਿਦ ਅ ਸੀਨੀਅਰ। ਉਹ ਨਹੀਂ ਪਲੀਜ਼, ਸੀਨੀਅਰ ਕੁਛ ਨਹੀਂ ਬਾਬਾ। ਬਸ ਜਵਾਬ, ਫਰੈਂਡਸ਼ਿਪ ਇਜ਼ ਐਕਚੁਅਲੀ ਮੇਰੀ ਨਜ਼ਰ 'ਚ ਫਰੈਂਡਸ਼ਿਪ ਜਾਂ ਦੋਸਤੀ ਲਾਈਫ ਦਾ, ਜਿੱਦਾਂ ਇਹਦੇ 'ਚ ਵੀ ਆ ਯਾਰ ਅਣਮੁੱਲੇ, ਬਹੁਤ ਅਣਮੁੱਲਾ ਤੋਹਫਾ। ਇਹ ਜੇ ਬਹੁਤਾ ਲਿਟਰੇਰੀ ਨਾ ਸਾਊਂਡ ਕਰੇ, ਕਿਤਾਬੀ ਨਾ ਸਾਊਂਡ ਕਰੇ, ਇਹਨੂੰ ਮੈਂ ਕੋਸ਼ਿਸ਼ ਕਰ ਰਿਹਾ ਵੀ ਕਿਵੇਂ ਈਜ਼ੀ ਜੀ ਲੈਂਗੁਏਜ 'ਚ ਸਮਝਾਵਾਂ ਬਈ ਦੋਸਤ ਬਹੁਤ ਜ਼ਰੂਰੀ ਨੇ ਜ਼ਿੰਦਗੀ 'ਚ, ਅਤੇ ਦੋਸਤੀ ਐਕਚੁਅਲੀ ਇਕੁਅਲ ਟੂ ਜ਼ਿੰਦਗੀ ਹੀ ਹੈ ਮੇਰੇ ਹਿਸਾਬ ਨਾਲ। ਕੀ ਬਾਤ। ਹਾਂ, ਕਿਉਂਕਿ ਜੇ ਦੋਸਤ ਹੀ ਨਹੀਂ ਹੈਗੇ ਫਿਰ ਕਾਹਦੀ ਜ਼ਿੰਦਗੀ। ਵੈਰੀ ਨਾਈਸ। ਸ਼ੁਕਰ ਹੈ, ਅੱਗੇ ਚਲੋ ਤੁਸੀਂ ਦੱਸੋ। ਫਰੈਂਡਸ਼ਿਪ ਮੇਰੇ ਲਈ ਉਹ ਹੈ, ਮਤਲਬ ਇੱਕ ਤਾਂ ਸਾਨੂੰ ਫੈਮਿਲੀ ਮਿਲਦੀ ਆ ਜਿੱਥੇ ਵੀ ਅਸੀਂ ਜਨਮ ਲੈਂਦੇ ਹਾਂ। ਫਰੈਂਡਸ਼ਿਪ ਵਾਲਾ ਐਲੀਮੈਂਟ ਨਹੀਂ ਹੋਊਗਾ ਈਵਨ ਇਨ ਯੂ ਨੋ ਪੇਰੈਂਟਸ ਨਾਲ ਜਾਂ ਕਿਸੇ ਨਾਲ ਵੀ, ਉਹ ਫਰੈਂਡਸ਼ਿਪ ਵਾਲਾ ਜਿਹੜਾ ਐਲੀਮੈਂਟ ਹੁੰਦਾ ਉਹ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ। ਐਂਡ ਫॉर ਮੀ ਫਰੈਂਡਸ਼ਿਪ ਇਜ਼ ਦ ਫੈਮਿਲੀ ਦੈਟ ਆਈਵ ਚੋਜ਼ਨ। ਬਿਲਕੁਲ। ਮੇਰਾ ਵੀ ਜਵਾਬ ਆਲਮੋਸਟ ਨਗੀਤ ਵਾਲਾ ਹੀ ਹੈ ਕਿ ਇੱਕ ਤਾਂ ਫੈਮਿਲੀ ਹੁੰਦੀ ਹੈ, ਫਰੈਂਡਸ ਉਹ ਹੁੰਦੇ ਆ ਜਿਨ੍ਹਾਂ ਨੂੰ ਤੁਸੀਂ ਆਪਣੀ ਮਰਜ਼ੀ ਨਾਲ ਐਂਡ ਫਰੋਮ ਨੋਵੇਅਰ ਉਹ ਤੁਹਾਡੀ ਲਾਈਫ 'ਚ ਆਉਂਦੇ ਨੇ। ਬਿਲਕੁਲ ਇੱਦਾਂ ਹੀ ਹੁੰਦਾ ਨਾ ਕਿ ਫਰੋਮ ਨੋਵੇਅਰ ਤੁਹਾਡੇ ਫਰੈਂਡਸ ਬਣਦੇ ਨੇ, ਕਈ ਤੁਹਾਡੇ ਕੰਮ ਨਾਲ ਬਣਦੇ ਨੇ। ਜਿਵੇਂ ਹੁਣ ਪਿਛਲੇ 3-4 ਸਾਲਾਂ ਤੋਂ ਮੈਂ ਤੇ ਵੀਰਾ, ਅਸੀਂ ਯੂਵੀ, ਅਸੀਂ ਸਾਰੇ ਇਕੱਠੇ ਹਾਂ ਤੇ ਬਹੁਤ ਲੱਕੀ, ਮੈਂ ਤਾਂ ਕਹਿੰਦਾ ਹਰ ਇੱਕ ਇਨਸਾਨ ਬਹੁਤ ਲੱਕੀ ਹੈ ਜਿਨ੍ਹਾਂ ਨੂੰ, ਕਈਆਂ ਨੂੰ ਕਜ਼ਨਸ ਮਿਲਦੇ ਨੇ, ਕਈਆਂ ਨੂੰ ਆਪਣੇ ਕੰਮ ਕਰਕੇ ਫਰੈਂਡਸ ਮਿਲ ਜਾਂਦੇ ਨੇ। ਜਿਵੇਂ ਸਾਨੂੰ ਸਾਡੀ ਲਾਈਨ ਕਰਕੇ ਬਹੁਤ ਸਾਰੇ ਦੋਸਤ ਮਿਲੇ ਅਤੇ ਹੁਣ ਉਹ ਦੋਸਤ ਨਹੀਂ ਰਹਿ ਗਏ, ਹੁਣ ਉਹ ਪਰਿਵਾਰ ਬਣ ਗਏ। ਸੋ ਇਹੀ ਹੈ
ਮੇਰਾ ਵੀ ਸੇਮ ਹੀ ਹੈ ਕਿ ਫਰੈਂਡਸ਼ਿਪ ਤੋਂ ਬਿਨਾ ਤਾਂ ਕੁਝ ਵੀ ਨਾਲੇ ਕਈ ਵਾਰੀ ਇਹ ਹਰ ਇੱਕ ਰਿਲੇਸ਼ਨ ਦੇ ਵਿੱਚ ਜਿਹੜੀ ਘਰਦਿਆਂ ਨਾਲ ਵੀ ਜੇ ਫਰੈਂਡਸ਼ਿਪ ਹੀ ਨਹੀਂ ਹੈ ਤਾਂ ਫਿਰ ਤਾਂ ਮਤਲਬ ਬੜੀ ਬੋਰਿੰਗ ਲਾਈਫ ਹੋਊਗੀ। ਜਿਹੜੀ ਦੋਸਤੀ ਹੈ ਨਾ, ਕਈ ਵਾਰੀ ਇਹ ਰਿਸ਼ਤੇ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੋ ਜਾਂਦੀ ਹੈ ਕਈ ਲਾਈਫ 'ਚ। ਐਗਜ਼ੈਕਟਲੀ। ਇਹ ਓਬਵੀਅਸਲੀ ਮੇਰੇ ਵੀ ਬਹੁਤ ਫਰੈਂਡਸ ਆ, ਸੋ ਇਹ ਜਵਾਬ ਕਿਤੇ ਨਾ ਕਿਤੇ ਤੁਹਾਡੇ ਨਾਲ ਰਲਿਆ ਮੇਰਾ ਵੀ ਹੋਣਾ ਸੀ। ਬਟ ਆਈ ਹੈਵ ਸੀਨ ਅ ਲੋਟ ਆਫ ਪੀਪਲ ਕਿ ਫਰੈਂਡਸ਼ਿਪ ਦੇ ਵਿੱਚ ਕੁਛ ਲੋਕ ਸੈਲਫਿਸ਼ ਮੋਟਿਵ ਲਈ ਕਰਦੇ ਆ। ਸੋ ਅਕੋਰਡਿੰਗ ਟੂ ਯੂ ਅੱਜ ਕੱਲ੍ਹ ਦੀ ਫਰੈਂਡਸ਼ਿਪ ਇਫ ਆਈ ਟਾਕ ਅਬਾਊਟ, ਸੋ ਬਹੁਤ ਸਾਰੇ ਫੈਕਟਰਸ ਆ ਜਾਂਦੇ ਨੇ ਕਿ ਯਾਰੀ ਟੁੱਟ ਗਈ ਕਾਈਂਡ ਆਫ। ਸੋ ਕੀ ਲੱਗਦਾ ਹੈ ਕਿ ਉਹ ਕੀ ਫੈਕਟਰਸ ਹੁੰਦੇ ਆ? ਬਟ ਇਫ ਜੇ ਕੋਈ ਸੈਲਫਿਸ਼ ਮੋਟਿਵ ਨਾਲ ਫਰੈਂਡਸ਼ਿਪ ਕਰ ਰਿਹਾ, ਫਰੈਂਡਸ਼ਿਪ ਹੈ ਹੀ ਨਹੀਂ। ਓਕੇ, ਸੋ ਦੈਟਸ ਜਸਟ ਅ ਮਾਸਕ ਐਂਡ ਉਹਨੂੰ ਕਵਰ ਕੀਤਾ ਜਾ ਰਿਹਾ ਫਰੈਂਡਸ਼ਿਪ ਬੋਲ ਕੇ, ਬਟ ਦੈਟਸ ਨਾਟ ਜੈਨੂਇਨ ਫਰੈਂਡਸ਼ਿਪ। ਇੱਕ ਬੜੀ ਖੂਬਸੂਰਤ ਗੱਲ ਆ, ਦੇਖੋ ਮੈਂ ਬਹੁਤ ਵਾਰੀ ਗੱਲ ਮੈਂ ਜੱਸੀ ਬੱਬਲ ਸਪੈਸ਼ਲੀ ਕਰਦੇ ਹੁੰਦੇ ਆ ਕਿ ਕਿੱਡੀ ਵੱਡੀ ਕੁਦਰਤੀ ਇਹ ਚੀਜ਼ ਹੈ ਕਿ ਜਿਹੜੇ ਬੰਦੇ ਨਾਲ ਤੁਹਾਡੀ ਲਾਈਫ 'ਚ ਕੋਈ ਇਨਸਾਨ ਆਇਆ, ਉਹਦੇ ਨਾਲ ਤੁਹਾਡੀ ਸੋਚ ਨਹੀਂ ਰਲੀ, ਤੁਹਾਨੂੰ ਉਹਨੂੰ ਕੱਢਣਾ ਨਹੀਂ ਪੈਂਦਾ, ਸਪੈਸ਼ਲ ਐਫਰਟ ਨਹੀਂ ਕਰਨਾ ਪੈਂਦਾ ਵੀ ਆਪਣੀ ਸੋਚ ਨਹੀਂ ਰਲ ਰਹੀ, ਆਪਾਂ ਅੱਗੇ ਤੋਂ ਨਹੀਂ ਮਿਲਣਾ। ਉਹ ਕੁਦਰਤੀ ਇੱਕ ਏਡੀ ਕਮਾਲ ਦੀ ਚੀਜ਼ ਹੈ ਹਰੇਕ ਇਨਸਾਨ ਦੀ ਲਾਈਫ 'ਚ ਕਿ ਉਹ ਬੰਦਾ ਤੁਹਾਡੇ ਤੋਂ ਆਪਣੇ ਆਪ ਦੂਰ ਹੋ ਜਾਂਦਾ, ਹੈ ਨਾ। ਸੋ ਇਹ ਸਾਰੇ ਨੋਟ ਕਰਦੇ ਆ ਨੈਚੁਰਲੀ ਕਿ ਬੜੀ ਕਮਾਲ ਦੀ ਚੀਜ਼ ਹੈ ਕਿ ਤੁਹਾਨੂੰ ਕਦੀ ਕਿਸੇ ਨਾਲ ਗੁੱਸੇ ਨਹੀਂ ਸਪੈਸ਼ਲੀ ਅੱਜ ਦੇ ਟਾਈਮ 'ਚ ਹੋਣਾ ਪੈਂਦਾ, ਨਾ ਹੀ ਅੱਜ ਦਾ ਟਾਈਮ ਇੱਦਾਂ ਦਾ ਕਿ ਤੁਸੀਂ ਕਿਸੇ ਨਾਲ ਬਟ ਟੈਂਪਰੇਰੀ ਜੇ ਅੱਜ ਕੱਲ੍ਹ ਫਰੈਂਡਸ਼ਿਪਸ ਹੁੰਦੀਆਂ ਨੇ, ਜਿਹੜੀ ਲੌਂਗ ਟਰਮ ਲਾਈਫ ਲੌਂਗ ਫਰੈਂਡਸ਼ਿਪ ਹੁੰਦੀ ਆ, ਉਹਦੇ 'ਚ ਇੱਦਾਂ ਨਹੀਂ ਕਿ ਤੁਹਾਨੂੰ ਉਹਦੇ ਲਈ ਐਫਰਟ ਕਰਨਾ ਪੈਂਦਾ। ਬਿਲਕੁਲ, ਉਹ ਆਟੋਮੈਟਿਕਲੀ ਹੈ। ਸਾਹਮਣੇ ਵਾਲਾ ਜੇ ਸੱਚੇ ਦਿਲੋਂ ਤੁਹਾਡੇ ਨਾਲ ਦੋਸਤ ਹੈ ਨਾ, ਤਾਂ ਉਹ ਅੰਡਰਸਟੈਂਡ ਕਰਦਾ, ਫਿਰ ਤੁਸੀਂ ਵੀ ਉਹਨੂੰ ਅੰਡਰਸਟੈਂਡ ਕਰਦੇ ਹੋ। ਬਿਲਕੁਲ, ਬੜਾ ਪਿਓਰ ਜਿਹਾ ਹੁੰਦਾ ਰਿਸ਼ਤਾ ਦੋਸਤੀ ਵਾਲਾ। ਓਕੇ, ਅੱਛਾ, ਇਹ ਅੰਡਰਸਟੈਂਡਿੰਗ ਦੀ ਗੱਲ ਕਰ ਰਹੇ ਆ ਤਾਂ ਹਾਂ, ਇਹਨਾਂ ਦੇ ਜਵਾਬ ਤੋਂ ਮੈਂ ਸਭ ਨੂੰ ਦੱਸਣਾ ਚਾਹੂੰਗੀ ਕਿ ਫਰੈਂਡਸ ਆਰ ਰੇਅਰ, ਸੋ ਜਸਟ ਕੀਪ them ਕਿ ਉਹ ਕਿਤੇ ਜਾਣ ਨਾ, ਵਿਦ ਲਵ ਐਂਡ ਕੇਅਰ। ਤੇ ਇਹਨਾਂ ਦੀ ਅੰਡਰਸਟੈਂਡਿੰਗ ਤੋਂ ਮੈਨੂੰ ਇੱਕ ਸਵਾਲ ਇਹ ਆਇਆ ਕਿ ਜਿਵੇਂ ਤੁਹਾਡਾ ਡੈਬਿਊ ਆ, ਹੈ ਨਾ, ਇੱਥੇ ਤਾਂ ਬੜੀ ਅੰਡਰਸਟੈਂਡਿੰਗ ਦੀ ਗੱਲਾਂ ਹੋ ਰਹੀਆਂ, ਬਟ ਰੈਗਿੰਗ ਹੋਈ, ਤੰਗ ਕੀਤਾ ਤੁਹਾਨੂੰ ਇਹਨਾਂ ਨੇ? ਬਿਕਾਜ਼ ਮੈਨੂੰ ਇਹ ਪਤਾ ਹੈ ਕਿ ਹਰੀਸ਼ ਐਂਡ ਯੁਵਰਾਜ ਕਾਫੀ ਨੋਟੀ ਨੇ, ਅਸੀਂ ਦੇਖਦੇ ਹੁੰਦੇ ਆ ਸਟੋਰੀਜ਼ ਐਂਡ ਆਲ, ਦੇ ਆਰ ਵੈਰੀ ਨੋਟੀ। ਸੋ ਕਿੰਨਾ ਕੀ ਪਰੇਸ਼ਾਨ ਕੀਤਾ? ਨਹੀਂ, ਪਰ ਇਹਨਾਂ ਦੇ ਬਰਾਬਰ ਹੀ ਮੈਂ ਨੋਟੀ ਹਾਂ ਜੀ, ਸ਼ਾਇਦ ਇਹਨਾਂ ਤੋਂ ਜ਼ਿਆਦਾ ਹੀ ਹੋਊਂਗਾ। ਬਹੁਤ ਨੋਟੀ ਹੈ ਜੀ ਸੀ ਨਾ ਉਸ ਹਿਸਾਬ ਨਾਲ। ਨਹੀਂ, ਮੈਨੂੰ ਇਸੇ ਕਰਕੇ ਮੈਨੂੰ ਕਦੀ ਡੈਬਿਊ ਵਾਲੀ ਫੀਲਿੰਗ ਫਰੋਮ ਫਸਟ ਡੇ ਹੀ ਨਹੀਂ ਆਈ ਜੀ, ਬਿਕਾਜ਼ ਮੈਨੂੰ ਲੱਗਿਆ ਹੀ ਨਹੀਂ ਕਿ ਪਹਿਲਾਂ ਤਾਂ ਮੈਨੂੰ ਇਹਨਾਂ ਵੱਲੋਂ ਹੀ ਕਦੀ ਫੀਲ ਨਹੀਂ ਕਰਵਾਇਆ ਗਿਆ ਕਿਸੇ ਤਰ੍ਹਾਂ ਦਾ ਕੌਨਸ਼ੀਅਸਨੈਸ ਜਾਂ ਕੁਝ ਵੀ ਹੈ ਨਹੀਂ ਸੀਗਾ। ਐਂਡ ਔਨ ਸੈੱਟ ਵੀ ਕਿ ਮੈਂ ਬਹੁਤ ਸੀਰੀਅਸ ਹੋ ਕੇ, ਹਾਂ ਪਹਿਲੇ 1-2 ਦਿਨ ਮੈਂ ਆਪਣੇ ਅੰਦਰ ਮਤਲਬ ਜ਼ਰੂਰ ਡਰ ਰਿਹਾ ਸੀ ਕਿ ਗਾਣਿਆਂ ਤੇ ਫਿਲਮ ਕਰਨ ਦੇ ਵਿੱਚ ਬੜਾ ਫਰਕ ਹੈ ਜੀ, ਮੈਨੂੰ ਇਹ ਲੱਗਦਾ, ਸ਼ਾਇਦ ਕਈਆਂ ਨੂੰ ਨਾ ਲੱਗਦਾ ਹੋਵੇ, ਪਰ ਬਹੁਤ ਹਿਊਜ ਡਿਫਰੈਂਸ ਹੈ। ਮੈਂ ਕੌਨਸ਼ੀਅਸ ਸੀਗਾ ਪਹਿਲੇ 1-2 ਦਿਨ, ਐਂਡ ਮੈਨੂੰ ਹੈਰੀ ਭੱਟੀ ਵੱਲੋਂ ਸਪੈਸ਼ਲੀ ਦੱਸਿਆ ਵੀ ਗਿਆ ਕਿ ਤੇਰੇ ਚਿਹਰੇ 'ਤੇ ਤੇਰੀ ਨਜ਼ਰ ਆ ਰਹੀ ਹੈ ਕੌਨਸ਼ੀਅਸਨੈਸ। ਪਰ ਫਿਰ ਉਹੀ ਗੱਲ, ਇਹਨਾਂ ਵੱਲੋਂ ਕੋਈ ਚੱਕਰ ਨਹੀਂ ਸੀਗਾ ਕਿਉਂਕਿ ਬੜਾ ਜਿਹੜਾ ਸਾਡਾ ਪਹਿਲਾ ਸਕੈਜੂਲ ਸੀ ਮੇਰੇ ਖਿਆਲ ਉਹ ਮਨਾਲੀ ਸੀਗਾ, ਅਤੇ ਉਹ ਬਸ ਫਿਰ ਰੋਜ਼ ਅਸੀਂ ਇਕੱਠੇ ਹੀ ਹੁੰਦੇ ਸੀ, ਇੱਕ ਦੂਜੇ ਦੇ ਕਮਰੇ 'ਚ ਹੀ ਹੁੰਦੇ ਸੀ, ਆਪਣੇ ਕਮਰੇ 'ਚ ਤਾਂ ਘੱਟ ਰਹੇ ਹਾਂ ਅਸੀਂ। ਸੋ ਇੱਧਰੋਂ ਕੋਈ ਚੱਕਰ ਨਹੀਂ ਸੀਗਾ। ਐਂਡ ਵੈਸੇ ਵੀ ਮੈਂ ਯੂਵੀ ਵੀਰਾ ਅਸੀਂ ਥੋੜ੍ਹੇ ਜਿਹੇ ਪੁਰਾਣੇ ਜਾਣਕਾਰ ਹਾਂ, ਤੋਂ ਤਾਂ ਖਿਲਾਰੀ ਪੈਂਦਾ ਸੀ। ਸੋ ਸ਼ੂਟ ਦੇ ਨਾਲ ਵੈਕੇਸ਼ਨ ਮੋਡ ਵੀ ਔਨ ਸੀ ਇਨ ਸ਼ਾਰਟ, ਹੈ ਨਾ। ਸੋ ਮਨਾਲੀ ਆਈ ਨੋ ਕਿ ਨਿਕੀਤ ਦਾ ਕੈਰੈਕਟਰ ਜਾਂ ਆਈ ਕੈਨ ਸੇ ਕਿ ਨਿਕੀਤ ਦਾ ਪਾਰਟ ਸ਼ੂਟ ਹੋਇਆ। ਸੋ ਹਾਊ ਵਾਜ਼ ਯੋਰ ਐਕਸਪੀਰੀਅੰਸ ਨਿਕੀਤ? ਜਦ ਤੁਸੀਂ ਫਿਲਮ ਦੇਖਣ ਜਾਓਗੇ ਤੁਹਾਨੂੰ ਪਤਾ ਚੱਲੂਗਾ ਸਿਰਫ ਮੇਰਾ ਪਾਰਟ ਨਹੀਂ ਹੋਗਾ, ਤੇ ਸਾਰਿਆਂ ਦਾ ਹੈ ਉੱਥੇ। ਐਂਡ ਅਸੀਂ ਸਾਰਿਆਂ ਨੇ ਬਹੁਤ ਇੰਜੋਏ ਕੀਤਾ, ਜਸਟ ਐਜ਼ ਯੂ ਸੈਡ ਵੈਕੇਸ਼ਨ ਵੀ ਅਤੇ ਸ਼ੂਟ ਵੀ, ਅਤੇ ਉਹ ਫੀਲ ਹੀ ਬਹੁਤ ਡਿਫਰੈਂਟ ਸੀਗਾ ਪਹਾੜਾਂ 'ਚ। ਐਂਡ ਮੇਰਾ ਗਾਣਾ ਵੀ ਸ਼ੂਟ ਹੋਇਆ ਉੱਥੇ, ਚੁੰਨੀਆਂ। ਮੈਂ ਹਮੇਸ਼ਾ ਤੋਂ ਉਵੇਂ ਦਾ ਕੁਛ ਕਰਨਾ ਚਾਹੁੰਦੀ ਸੀ, ਯੂ ਨੋ, ਅਤੇ ਉਹ ਲੁੱਕ ਜਿਹੜੀ ਮੇਰੀ ਹੈਗੀ ਆ ਹਿਮਾਚਲੀ, ਸੋ ਆਈ ਲਵਡ ਦ ਐਕਸਪੀਰੀਅੰਸ। ਸੋ ਵਾਜ਼ ਇਟ ਚੈਲੰਜਿੰਗ? It wasn't challenging, but I, enjoyed doing it. Oh, attire ch aana and, having fun, chulbuli ji, challi ji. I enjoyed that. It wasn't really challenging. हाँ, कई बार आ ਹੁੰਦਾ ਸੀ ਸਵੇਰੇ 4 ਵਜੇ ਜਾਣਾ ਤਾਂ ਧੁੰਦ ਬਹੁਤ ਉਹ ਚੈਲੰਜਿੰਗ ਹੁੰਦਾ ਤੇ ਅਦਰਵਾਈਜ਼ ਕਿਉਂਕਿ ਸਾਰੇ ਇੰਨੇ ਸਪੋਰਟਿਵ ਸੀਗੇ, ਇੱਕ ਦੂਜੇ ਨਾਲ ਵਾਈਬਸ ਇੰਨੀਆਂ ਅੱਛੀਆਂ ਸੀਗੀਆਂ, ਤੇ ਜੇ ਕੋਈ ਚੈਲੰਜ ਆਇਆ ਵੀ ਹੋਗਾ ਤਾਂ ਸਭ ਨੇ ਈਜ਼ੀਲੀ ਓਵਰਕਮ ਕਰ ਲਿਆ। ਆਈ ਕੈਨ ਸੀ ਦੈਟ, ਉਹ ਬੌਂਡ ਮੈਂ ਦੇਖ ਪਾ ਰਹੀ ਹਾਂ ਤੁਹਾਡੇ ਸਾਰੇ ਦੇ ਵਿੱਚ। ਅੱਛਾ ਹਰੀਸ਼, ਤੁਹਾਨੂੰ ਸਵਾਲ ਹੈ ਕਿ ਤੁਸੀਂ ਓਬਵੀਅਸਲੀ ਦੂਜੀ ਵਾਰ ਫਿਲਮ ਦੇ ਵਿੱਚ ਹੈਗੇ, ਸੋ ਇਹੋ ਜਿਹਾ ਕੀ ਮਿਸ ਹੋ ਗਿਆ ਸੀ ਪਹਿਲੀ ਵਾਰ ਜਿਹੜਾ ਹੁਣ ਦੂਜੀ ਵਾਰ ਲੈ ਕੇ ਆ ਰਹੇ ਹੋ ਰਿਟਰਨਸ ਦੇ ਵਿੱਚ? ਅੱਛਾ, ਇਹੋ ਜਿਹਾ ਕੀ ਮਿਸ ਹੋ ਗਿਆ ਸੀ? ਮੇਰੇ ਖਿਆਲ 'ਚ ਅਜੇ ਪੂਰੀ ਕਹਾਣੀ ਨਹੀਂ ਸੀ ਕਹਿ ਪਾਏ। ਓਕੇ, ਸੋ ਹੁਣ
ਹੁਣ ਸਹੀ ਹੈ, ਨਵੇਂ ਕਿਰਦਾਰਾਂ ਨਾਲ ਪਰ ਆਮ ਸ਼ੋਰ ਕਿ ਲੋਕ ਟਿੰਕੇ ਨੂੰ ਮਿਸ ਕਰ ਰਹੇ ਸੀ, ਜਿਹੜੀ ਮੇਨ ਚੱਕਰ ਹੈ। ਲੋਕ ਟਿੰਕੇ ਨੂੰ ਮਿਸ ਕਰ ਰਹੇ ਸੀ ਤਾਂ ਦੇਖਣ ਵਾਲੇ ਟਿੰਕੇ ਨੂੰ ਮਿਸ ਕਰ ਰਹੇ ਸੀ, ਉਹਨਾਂ ਲਈ ਜ਼ਿਆਦਾ ਲੈ। ਮੈਨੂੰ ਐਕਚੁਅਲੀ ਬੜੀ ਵਾਰੀ ਲੋਕਾਂ ਨੇ ਇਹ ਜਿਹੜੇ ਵੀ ਜਿੱਥੇ ਮਰਜ਼ੀ ਮੈਂ ਗਿਆ ਮੈਨੂੰ ਇਹ ਕਿਹਾ ਹੈ ਕਿ ਦੁਬਾਰਾ ਕਰੋ ਟਿੰਕੇ ਤੇ ਦੁਬਾਰਾ ਫਿਲਮ, ਯੂ نو ਟਿੰਕਾ ਵਾਪਸ ਲੈ ਕੇ ਆਓ, ਯਾਰ ਅਣਮੁੱਲੇ ਬਣਾਓ, ਤੁਹਾਡੀ ਬਹੁਤ ਘੈਂਟ ਫਿਲਮ ਸੀ ਜੀ। ਸ਼ਾਇਦ ਇਹੀ ਕਾਰਨ ਸੀ। ਸੋ ਹੈ ਯੂ ਆਰ, ਬਹੁਤ ਚੰਗੀ ਗੱਲ ਆ। ਅੱਛਾ, ਇਹ ਸਵਾਲ ਕੀਤਾ, ਜਿਵੇਂ ਗਾਉਂਦੇ ਹੋ ਤੁਸੀਂ ਵੀ ਗਾਉਂਦੇ ਹੋ ਤੇ ਕਿਹਾ ਕਿ ਯਾਰ ਐਕਟਿੰਗ ਤਾਂ ਕਰ ਹੀ ਰਹੇ ਹੋ, ਚਲੋ ਕੰਪਲੀਮੈਂਟਰੀ ਗਾਣੇ ਵੀ ਕਰ ਦਿਓ ਹੁਣ ਫਿਲਮ ਦੇ ਵਿੱਚ, ਸਮਥਿੰਗ ਲਾਈਕ ਹੈਪਨਡ? ਨਹੀਂ, ਇਦਾਂ ਦਾ ਕੁਝ ਵੀ ਨਹੀਂ ਹੋਇਆ, ਬਿਕੋਜ਼ ਮੈਨੂੰ ਇਦਾਂ ਲੱਗਦਾ ਕਿ ਇੰਨਾ ਈਜ਼ੀਲੀ ਨਹੀਂ ਤੁਸੀਂ ਲੈ ਸਕਦੇ ਫਿਲਮ ਨੂੰ, ਬਹੁਤ ਵੱਡਾ ਪ੍ਰੋਜੈਕਟ ਹੁੰਦਾ ਇਹ, ਤੇ ਤੁਸੀਂ ਇਹਨੂੰ ਇਦਾਂ ਨਹੀਂ ਲੈ ਸਕਦੇ ਵੀ ਚਲੋ ਐਂ ਕਰ ਦੋ, ਚਲੋ ਵਾਲਾ ਕੰਮ ਨਹੀਂ ਹੁੰਦਾ ਜੀ। ਓਕੇ, ਹਨਾ, ਕਿਤੇ ਵੀ ਇੱਕ ਵੀ ਕੁਐਸਚਨ ਮਾਰਕ ਨਹੀਂ ਹੋਣਾ ਚਾਹੀਦਾ ਐਂਡ ਹੋਣਾ ਵੀ ਨਹੀਂ ਚਾਹੀਦਾ ਜੀ। ਸੋ ਜਿੱਥੇ ਲੋੜ ਪਈ, ਜਿੱਥੇ ਮੈਨੂੰ ਲੱਗਿਆ ਕਿ ਇਹ ਫੀਲ ਮੈਂ ਬੈਸਟ ਦੇ ਸਕਦਾ, ਠੀਕ ਹੈ, ਜਿੱਥੇ ਸਾਡੀ ਮਿਊਜ਼ਿਕ ਟੀਮ ਵੱਲੋਂ ਇਹ ਲੱਗਿਆ ਕਿ ਭਾਜੀ ਇਹ ਤੁਸੀਂ ਕਰੋਗੇ ਤਾਂ ਆਪਾਂ ਉੱਥੇ ਹਾਜ਼ਰ, ਤੇ ਜਿੱਥੇ ਵੀ ਲੱਗਿਆ ਕਿ ਅਸੀਂ, ਜਿਵੇਂ ਮੈਂ ਜਾਂ ਹਰੀਸ਼ ਵੀਰਾ, ਅਸੀਂ ਥੋੜ੍ਹਾ ਜਿਹਾ ਮਤਲਬ ਜਿੱਥੇ ਨਿੰਜੇ ਦਾ ਗਾਣਾ, ਜਿਵੇਂ ਸਾਡੀ ਫਿਲਮ ਦੇ ਵਿੱਚ ਹਿੰਮਤ ਦਾ ਗਾਣਾ ਸੰਧੂ ਦਾ, ਸੋ ਜਿੱਥੇ ਜਿੱਦਾਂ ਦੀ ਲੋੜ ਪਈ ਆਵਾਜ਼ਾਂ ਦੀ, ਉੱਦਾਂ ਦੀਆਂ ਆਵਾਜ਼ਾਂ ਲਈਆਂ। ਓਕੇ, ਅੱਛਾ, ਜਿਵੇਂ ਹੁਣ 1 ਸਾਲ ਹੋ ਗਿਆ, ਲੋਕਡਾਊਨ ਹੋ ਗਿਆ, ਤੁਸੀਂ ਕਹਿ ਵੀ ਰਹੇ ਸੀ ਯਾਰ ਉਹ ਬਹੁਤ ਤਾਜ਼ਾ ਸੀਗਾ ਜਦ ਆਪਾਂ ਸ਼ੂਟ ਕਰਕੇ ਨਵੇਂ ਆਏ ਸੀਗੇ, ਤੇ ਹੁਣ ਓਬਵੀਅਸਲੀ 1 ਸਾਲ ਹੋ ਗਿਆ ਤੇ ਬਹੁਤ ਲੰਬਾ ਗੈਪ ਪੈ ਗਿਆ ਵਿੱਚ। ਸੋ ਆਈ ਨੋ ਸੋਸ਼ਲ ਡਿਸਟੈਂਸਿੰਗ ਵਾਸ ਦੇਅਰ, ਬਟ ਜਿੰਨੀ ਵੀ ਸਟਾਰ ਕਾਸਟ ਸੀ ਫਿਲਮ ਦੀ, ਸੋ ਮਿਲਦੇ ਸੀਗੇ, ਡਿਸਟੈਂਸਿੰਗ ਹੀ ਸੀ, ਮਤਲਬ ਯਾਰ ਅਨਮੁੱਲ ਨੇ ਆਪਸ ਦੇ ਵਿੱਚ ਇੰਨੇ ਚੰਗੀ ਫਰੈਂਡਸ਼ਿਪ ਕੈਰੀ ਔਨ ਕੀਤੀ, ਜਾਂ ਫਿਰ ਹੁਣ ਜਦ ਪ੍ਰਮੋਸ਼ਨਸ ਆ ਤਾਂ ਨਾਲ ਸਾਰੇ ਇਕੱਠੇ ਹੋਏ ਹੋ? ਨਹੀਂ, ਅਸੀਂ ਹਮੇਸ਼ਾ ਆਪਸ ਵਿੱਚ ਮਿਲਦੇ ਰਹੇ ਹਾਂ, ਮਤਲਬ ਜਦੋਂ ਤਾਂ ਬੜਾ ਸਟ੍ਰਿਕਟ ਸੀਗਾ, ਜਦੋਂ ਅਸੀਂ ਵੀ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਉਦੋਂ ਘਰਾਂ 'ਚ ਹੀ ਸੀ, ਬਟ ਜਦੋਂ ਅਸੀਂ ਘਰੋਂ ਲੁੱਡੋ ਖੇਡੀ ਲੁੱਡੋ ਖੇਡਦੇ ਸੀ, ਅਸੀਂ ਖੇਡਦੇ ਰਹੇ ਹਾਂ, ਤੇ ਉਦੋਂ ਜਦੋਂ ਫਿਰ ਈਜ਼ੀ ਹੋ ਗਿਆ, ਬਾਹਰ ਜਾਣਾ, ਤੁਰਨਾ ਫਿਰਨਾ, ਮਿਲਣ ਗੱਲ ਸ਼ੁਰੂ ਹੋ ਗਿਆ, ਫਿਰ ਅਸੀਂ ਮਿਲੇ ਵੀ ਹਾਂ ਜੀ। ਹਾਂਜੀ, ਤੇ ਵਧੀਆ ਸੀ, ਮਤਲਬ ਅਸੀਂ ਜ਼ਿੰਮੇਵਾਰ ਬੰਦੇ। ਫਿਲਮ ਦੇ ਸ਼ੂਟ ਤੇ ਹੀ ਸਾਡਾ ਤਾਂ 3 ਜਣਿਆਂ ਦਾ ਗਰੁੱਪ ਬਣ ਗਿਆ ਸੀਗਾ WhatsApp ਤੇ ਉੱਥੇ ਬਸ ਉਦੋਂ ਬਾਅਦ 3 ਜਣਿਆਂ ਦਾ ਬੜਾ ਵੱਡਾ ਗਰੁੱਪ ਸੀ। ਤੇ ਉਸ ਤੋਂ ਬਾਅਦ ਫਿਰ ਜਦੋਂ ਲਾਕਡਾਊਨ ਬਾਰੇ ਪਤਾ ਲੱਗਿਆ, ਫਿਰ ਲੁੱਡੋ ਪਤਾ ਨਹੀਂ ਸਾਡੇ ਚੋਂ ਕਿੰਨੇ ਸਭ ਤੋਂ, ਯੂਵੀ ਨੇ ਸ਼ਾਇਦ, ਉਹੀ ਇੱਦਾਂ ਦਾ ਉਹਨੇ ਸਟਾਰਟ ਕੀਤੀ, ਫਿਰ ਰੋਜ਼ ਸਵੇਰੇ ਉੱਠ ਕੇ ਕੋਡ ਆ ਜਾਂਦਾ ਹੁੰਦਾ ਸੀ, ਬਸ ਵੀ ਆ ਜਾਓ 4 ਜਾਣੇ, ਚੌਥਾ, ਪਰ ਮੈਂ ਇਹਨਾਂ ਨੂੰ ਹਮੇਸ਼ਾ ਸਰਬਾ ਹੁੰਦਾ ਸੀ ਆਪਣੇ ਨਾਲ ਚੌਥਾ, ਹਨਾ। ਆ ਤਾਂ ਸੁਣੋ, ਕਹਿੰਦੇ ਹਮੇਸ਼ਾ ਹਰਾਉਂਦਾ ਸੀ ਇਹਨਾਂ ਨੂੰ। ਉਹ ਨਹੀਂ ਯਾਰ, ਚੁੱਪ ਇਹ ਕੀ ਗੱਲ ਯਾਰ, ਚਲੋ ਇਦਾਂ ਆ ਫਿਰ ਠੀਕ ਆ, ਏਦਾਂ ਹੀ ਲਾ ਲਓ ਫਿਰ। ਮੈਂ ਹਾਰ ਜਾਂਦਾ, ਮੇਰੇ ਕੋਲ ਨਾ ਲੁੱਡੋ ਪੋਲਿਟਿਕਸ ਵਾਲੀਆਂ ਗੇਮਾਂ ਹੱਦ ਹੋ ਗਈ ਯਾਰ, ਲੁੱਡੋ ਦੀ ਕਾਹਦੀ ਸੱਪ ਸੀੜੀ ਵੀ ਤਾਂ ਖੇਡੀ ਆਪਾਂ, ਜਦੋਂ ਥੱਲੇ ਡੇ ਜਾਂਦਾ, ਖੇਡੀ ਆ, ਉਹ ਚ ਮਜ਼ਾ ਨਹੀਂ ਸੀ ਆਉਂਦਾ ਉਸ ਪਰ ਲੁੱਡੋ ਮੈਂ ਪਹਿਲੀ ਵਾਰ ਸੁਣਿਆ ਲੁੱਡੋ ਚ ਪੋਲਿਟਿਕਸ। ਉਹ ਯਾਰ ਪੋਲਿਟਿਕਸ ਪਤਾ ਕਿੱਦਾਂ ਹੁੰਦੀ ਹੈ, ਜਦੋਂ ਪਤਾ ਹੁੰਦਾ ਵੀ ਇਹਦੀ ਗਿੱਟੀ ਕੱਟ ਕੇ ਮੈਂ ਅੱਗੇ ਨਿਕਲਦਾ, ਮੈਂ ਕੱਟਦਾ ਨਹੀਂ ਸੀ। ਤੁਸੀਂ ਖੁਦ ਬਹੁਤ ਕੀਤੀ ਆ ਫਿਰ, ਮੈਂ ਕੱਟਦਾ ਨਹੀਂ ਸੀ, ਤੁਸੀਂ ਖੁਦ ਬਹੁਤ ਕੀਤੀ ਆ, ਮੈਂ ਕਹਿੰਦਾ ਚੱਲ ਫਰੈਂਡਸ਼ਿਪ ਚ ਫੇਵਰ ਦਿੰਦੇ ਸੀ। ਹਾਂ, ਇਦਾਂ ਕਹਿ ਸਕਦੇ, ਪਰ ਸਲਾਹ ਕਰਕੇ ਇਹਨਾਂ ਨੇ ਬਹੁਤ ਵਾਰ ਨੁਕਸਾਨ ਕੀਤਾ ਮੇਰਾ, ਮੇਰੇ ਨੇ ਤੇ ਯੂਵੀ ਨੇ। ਚਲੋ ਯੁਵਰਾਜ, ਤੁਸੀਂ ਸੁਣ ਰਹੇ ਹੋ ਨਾ, ਦੇਖੋ। ਅੱਛਾ, ਮੈਂ ਬਿਹਾਈਂਡ ਦਾ ਕੈਮਰਾ ਦੇਖ ਰਹੀ ਸੀ, ਯੂ ਗਾਈਜ਼ ਵਰ ਫਨ, ਮਤਲਬ ਤੁਸੀਂ ਬਹੁਤ ਮਸਤੀ ਕਰਦੇ ਹੋ, ਸੋ ਬਹੁਤ ਸਾਰੀਆਂ ਗੱਲਾਂ ਹੋ ਗਈਆਂ, ਆਈ ਨੋ ਬਹੁਤ ਫਨ ਹੋਇਆ ਸੈੱਟ ਤੇ, ਬਟ ਆਈ ਰੀਅਲੀ ਵਾਂਟ ਟੂ ਨੋ ਕਿ ਸੈੱਟ ਤੇ ਹੋਰ ਕਿਹੜੀਆਂ ਚੀਜ਼ਾਂ ਹੋਈ, ਲਾਈਕ ਮੈਮੋਰੀਜ਼, ਫਨੀ, ਸੀਰੀਅਸ ਔਰ ਸਮਥਿੰਗ ਲਾਈਕ ਦੈਟ, ਕੁਛ ਆਈ ਵਾਂਟ ਟੂ ਨੋ ਦ ਫਨ ਪਾਰਟਸ। ਸਾਡੀ ਸਾਰੀ ਫਿਲਮ ਤੇ ਹੀ ਬੇਸਿਕਲੀ ਬਹੁਤ ਫਨ ਸੀ, ਮਤਲਬ ਜਦੋਂ ਤੁਸੀਂ ਆਪ ਵਰਡ ਯੂਜ਼ ਕੀਤਾ ਸੀਗਾ ਕਿ ਕੰਮ ਵੀ ਕਰ ਰਹੇ ਸੀ ਔਰ ਵੈਕੇਸ਼ਨ ਮੋਡ ਵੀ ਔਨ ਸੀਗਾ। ਅੱਛਾ, ਬਸ। ਸੋ ਅਸੀਂ ਬਹੁਤ ਇੰਜੋਏ ਕੀਤਾ। ਸੀਨ ਕਰਨ ਤੋਂ ਪਹਿਲਾਂ ਜਦੋਂ ਸੀਨ ਆਉਂਦਾ ਸੀ, ਅਸੀਂ ਇੰਪਰੋਵਾਈਜ਼ ਕਰਦੇ ਸੀ, ਉਹਦੇ 'ਚ ਬਹੁਤ ਆਪ ਹੀ ਹੱਸਦੇ ਸੀ, ਤੇ ਫਿਰ ਜਦੋਂ ਪਰਫਾਰਮ ਕਰਦੇ ਸੀ ਉਦੋਂ ਬਹੁਤ ਹੱਸਦੇ ਸੀ, ਹਾਸਾ ਨਹੀਂ ਸੀ ਰੁਕਦਾ। ਜਿਵੇਂ ਆਪ ਹੱਸਦੇ ਸੀ, ਫੋਰ ਐਗਜ਼ਾਮਪਲ ਪ੍ਰਭ ਜਿਹੜਾ ਆ ਸੀਨ ਕਰ ਰਹੇ, ਜਿਵੇਂ ਉਹਨਾਂ ਨੇ ਕਿਹਾ ਕਿ ਸਟਾਰਟਿੰਗ ਦੇ ਵਿੱਚ ਨਰਵਸਨੈਸ ਆ ਗਈ ਸੀ, ਸੋ ਹਸਾਉਂਦੇ ਸੀ ਤੁਹਾਨੂੰ ਜਾਂ ਕੁਝ ਐਦਾਂ ਦਾ? ਮੇਰੀ ਥੋੜੀ ਜਿਹੀ ਪ੍ਰੋਬਲਮ ਆ, ਮੇਰਾ ਮੈਮਰੀ ਕਾਰਡ ਛੋਟਾ ਹੈ, ਮੈਨੂੰ ਯਾਦ ਨਹੀਂ ਰਹਿੰਦਾ ਮੈਮਰੀ ਕਾਰਡ। ਹਾਂ, ਤੇ ਉਹ ਸੇਮ ਗਾਣਿਆਂ ਨਾਲ ਵੀ ਇਦਾਂ ਹੀ ਆ ਮੇਰਾ, ਹਾਂ, ਛੋਟੇ ਤੋਂ ਛੋਟਾ ਜਿਹੜਾ ਵੀ ਹੁੰਦਾ ਮੇਰਾ ਉਹ ਆ 8 GB। ਹਾਂ, ਸੇਮ। ਮੈਨੂੰ ਸ਼ੋਜ਼ ਲਈ ਵੀ, ਸੱਚੀ ਗੱਲ ਆ, ਮੈਨੂੰ ਸ਼ੋਜ਼ ਲਈ ਵੀ ਇੱਕ ਮੈਂ ਰੱਖੀ ਹੋਈ ਆ ਲੈਪਟਾਪ ਜਿਹਾ, ਮੈਨੂੰ ਉਹ ਲੈ ਕੇ ਜਾਣਾ ਪੈਂਦਾ, ਮੈਨੂੰ ਯਾਦ ਨਹੀਂ ਰਹਿੰਦਾ, ਇਹ ਪ੍ਰੋਬਲਮ ਹੈ। ਤੇ ਸੇਮ ਵਿਦ ਡਾਇਲੌਗਸ, ਮੈਨੂੰ ਡਾਇਲੌਗਸ ਦਾ ਵੀ ਇਦਾਂ ਹੀ ਚੱਕਰ ਪੈਂਦਾ ਸੀ, ਐਂਡ ਉੱਤੋਂ ਦੀ ਜਦੋਂ ਤੁਹਾਡੇ ਨਾਲ ਵੈਨਿਟੀ 'ਚ ਜਾਂ ਕਮਰੇ 'ਚ ਹਰੀਸ਼ ਵੀਰਾ ਤੇ ਯੁਵਰਾਜ ਹੋਣ, ਫਿਰ ਤਾਂ ਤੁਹਾਡੇ ਹੋ ਗਏ ਡਾਇਲੌਗ ਯਾਦ।
ਇਹ ਫਿਲਮ ਦਾ ਥੋੜਾ ਜਿਹਾ ਇਦਾਂ ਹੁੰਦਾ ਕਿ ਤੁਹਾਨੂੰ ਥੋੜਾ ਜਿਹਾ ਸਿਚੁਏਸ਼ਨ ਦੇ ਵਿੱਚ ਜਾਣਾ ਪੈਂਦਾ, ਕਰੈਕਟਰ ਦੇ ਵਿੱਚ ਜਾਣਾ ਪੈਂਦਾ, ਐਂਡ ਉਹ ਮਾਹੌਲ ਤੇ ਡਿਪੈਂਡ ਕਰਦਾ, ਤੁਸੀਂ ਨਹੀਂ ਜਾ ਸਕਦੇ ਸਪੈਸ਼ਲੀ ਜਦੋਂ ਤੁਹਾਡੇ ਕੋਲ ਯਾਰ ਅਣਮੁੱਲੇ ਹੋਣ। ਐਗਜ਼ੈਕਟਲੀ। ਬਟ ਆਈ ਥਿੰਕ ਸਾਡੇ ਕਰਕੇ ਤੁਸੀਂ ਬੈਟਰ ਕੈਰੈਕਟਰ ਚ ਚੱਲ ਗਏ ਯਾਰਾਂ ਵਾਲੇ ਚ, ਸੀਰੀਅਸ ਚ ਥੋੜੇ ਜਾਣਾ ਸੀ, ਸੋ ਯੂ ਹੈਡ ਨਕੀਤ ਕਰਕੇ ਤਾਂ ਜ਼ਿਆਦਾ ਗਿਆ ਨਹੀਂ, ਬਟ ਓਨੈਸਟਲੀ ਜੋਕਸ ਅਪਾਰਟ, ਪ੍ਰਭ ਦਾ ਕੰਮ ਬੀਇੰਗ ਅ ਫਸਟ ਟਾਈਮਰ ਇਹਨੇ ਬਹੁਤ ਸੋਹਣਾ ਕੰਮ ਕੀਤਾ। ਮੈਨੂੰ ਆਪ ਨੂੰ ਫੀਲ ਹੁੰਦਾ ਸੀਗਾ ਕਿ ਯਾਰ ਵਧੀਆ ਸਟੇਬਿਲਿਟੀ ਨਾਲ ਕਰਦਾ ਪਿਆ। ਅੱਛਾ, ਜਿਵੇਂ ਫਰੈਂਡਸ ਨਾ ਟਰੂ ਕ੍ਰਿਟਿਕ ਹੁੰਦੇ ਆ, ਫਰੈਂਡਸ ਸਭ ਤੋਂ ਜ਼ਿਆਦਾ ਸਹੀ ਦੱਸਦੇ ਆ, ਜਿਵੇਂ ਹੁਣ ਹਰੀਸ਼ ਹੁਣ ਕਹਿ ਰਿਹਾ ਵੀ ਮੈਨੂੰ ਬਹੁਤ ਚੰਗਾ ਲੱਗਿਆ, ਸੋ ਵਾਈਲ ਸ਼ੂਟਿੰਗ ਫੀਡਬੈਕ ਦਿੰਦੇ ਸੀ ਕਿ ਯਾਰ ਇਹ ਚੀਜ਼ ਇੱਥੇ ਲੈਕ ਕਰ ਰਹੀ ਸੀ ਜਾਂ ਇਹ ਹੋਰ ਇੰਪਰੂਵ ਹੋ ਸਕਦੀ ਸੀ। ਹਾਂਜੀ ਹਾਂਜੀ ਬਿਲਕੁਲ, ਇਹ ਤਾਂ ਬਣਦਾ ਹੈ ਜੀ। ਹਾਂ, ਅਸੀਂ ਇੱਕ ਦੂਜੇ ਦੀ ਹੈਲਪ ਜ਼ਰੂਰ ਦੇਣੇ ਵੀ ਚਾਹੀਦੇ ਆ ਜ਼ਰੂਰ, ਨਾਲ ਦੀ ਨਾਲ ਹੀ। ਵੀਰਾ ਤਾਂ ਨਾਲ ਦੀ ਨਾਲ ਰੋਕ ਕੇ ਆਪਣਾ ਵੀ ਐਂਡ ਕਿਸੇ ਦਾ ਵੀ, ਬੇਸ਼ੱਕ ਯੂਵੀ ਹੋਵੇ ਜਾਂ ਮੈਂ ਹੋਵਾਂ, ਵੀਰਾ ਤਾਂ ਰੋਕ ਕੇ ਕਹਿੰਦਾ ਸੀ ਵੀ ਦੁਬਾਰਾ ਕਰਦੇ ਹਾਂ ਆਪਾਂ, ਐਂਡ ਇਹ 'ਚ ਕੋਈ ਮਾੜੀ ਗੱਲ ਨਹੀਂ, ਚੀਜ਼ ਬਣਾ ਰਹੇ ਹੋ ਤਾਂ ਆਪਣਾ 100%। ਔਰ ਥੈਂਕਫੁਲੀ ਸਾਡੇ ਟੀਮ ਮੈਂਬਰ, ਸਾਡੇ ਡਾਇਰੈਕਟਰ ਦਾ ਵੀ ਧੰਨਵਾਦ ਇੱਥੇ, ਹੈਰੀ ਭੱਟੀ ਦਾ ਵੀ, ਜਿਹੜਾ ਕਿ ਸੁਣਦਾ ਸੀ ਸਾਡੀ ਗੱਲ। ਬਿਲਕੁਲ। ਹਾਂ, ਕਈਆਂ ਨੂੰ ਹੁੰਦਾ ਨਾ ਕਿ ਇਦਾਂ ਹੀ ਕਰਦੇ ਆ, ਠੀਕ ਹੈ, ਬਟ ਕਿਉਂਕਿ ਅਸੀਂ ਸਮਝਾ ਪਾਉਂਦੇ ਸੀ ਕਿ ਯਾਰ ਇਦਾਂ ਦਾ ਵਧੀਆ ਲੱਗੂਗਾ, ਇਦਾਂ ਕਰ ਲੈਂਦੇ ਇੰਪਰੋਵਾਈਜ਼ ਕਰਕੇ, ਸੋ ਉਹਨਾਂ ਨੇ ਵੀ ਸਾਡੀ ਚੀਜ਼, ਜੇ ਇਹੋ ਜੀ ਚੀਜ਼ ਹੋਵੇ ਤਾਂ ਨੈਚੁਰਲੀ ਚੀਜ਼ ਵਧੀਆ ਹੀ ਬਾਹਰ ਨਿਕਲ ਕੇ ਆਉਂਦੀ ਆ। ਟੀਮ ਵਰਕ ਹੈ ਨਾ, ਬਿਲਕੁਲ ਟੀਮ ਐਫਰਟ ਹੈ, ਤੇ ਉਹ ਜਦੋਂ ਇੱਕ ਦੂਜੇ ਨੂੰ ਸਮਝਦੇ ਆ ਸਾਰੇ, ਫਿਰ ਵਧੀਆ ਚੀਜ਼ ਬਣਦੀ ਹੈ। ਐਗਜ਼ੈਕਟਲੀ। ਐਂਡ ਨਾਲੇ ਤੁਸੀਂ ਕੋਈ ਚੀਜ਼ ਕ੍ਰੀਏਟ ਕਰ ਰਹੇ ਸੀ, ਬੀਇੰਗ ਆਰਟਿਸਟ ਯੂ ਨੀਡ ਦੈਟ ਫਰੀडम। ਨਾਲੇ ਤੁਸੀਂ ਕਿਹਾ ਜਦ ਯਾਰ ਅਨਮੁੱਲੇ ਇਕੱਠੇ ਹੋਣ ਤਾਂ ਜ਼ਾਹਿਰ ਜੀ ਗੱਲ ਆ ਕਿ ਫਨ ਦੇ ਨਾਲ ਨਾਲ ਕੰਮ ਵੀ ਸਹੀ ਹੋ ਰਿਹਾ ਸੀ। ਬਿਲਕੁਲ। ਅੱਛਾ, ਮੈਂ ਨਾ ਬਹੁਤ ਮੇਲ ਆਰਟਿਸਟ ਤੋਂ ਸੁਣਿਆ, ਬਹੁਤ ਉਹ ਬੋਲਦੇ ਨੇ ਕਿ ਯਾਰ ਰੋਮਾਂਟਿਕ ਸੀਨ ਕਰਨ ਵੇਲੇ ਨਾ ਜਾਂ ਤਾਂ ਹਾਸਾ ਆ ਜਾਂਦਾ ਜਾਂ ਫਿਰ ਅੱਖਾਂ ਇੱਧਰ ਉੱਧਰ ਹੋ ਜਾਂਦੀਆਂ। ਸੋ ਤੁਸੀਂ ਹੱਸ ਰਹੇ ਹੋ ਤਾਂ ਯੂ ਹੈਵ ਟੂ ਟੈਲ ਮੀ ਓਨੈਸਟਲੀ, ਔਰ ਯੂ ਹੈਵ ਟੂ ਟੈਲ ਮੀ ਕਿ ਪੂਰੀ ਸਟਾਰ ਕਾਸਟ ਵਿੱਚ ਸਪੈਸ਼ਲੀ ਮੇਲ ਐਕਟਰਸ ਹੂ ਵਾਜ਼ ਦੈਟ ਸ਼ਾਈ ਕਿ ਯਾਰ ਸ਼ਿਟ ਮੇਰੇ ਤੋਂ ਰੋਮਾਂਟਿਕ ਸੀਨ ਨਹੀਂ ਹੋ ਰਿਹਾ। ਸ਼ਾਇਦ ਤਾਂ ਕੋਈ ਨਹੀਂ ਸੀਗੇ, ਇਹਨਾਂ ਦਾ ਵਿਚਾਰਿਆਂ ਦਾ ਰੋਮਾਂਸ ਹੀ ਅੱਡ ਤਰੀਕੇ। ਮੇਰਾ ਰੋਮਾਂਸ ਹੀ ਅੱਡ, ਇਹਨਾਂ ਦਾ ਵੀ ਰੋਮਾਂਸ ਅੱਡ, ਰੋਮਾਂਸ ਮੈਂ ਤੇ ਯੂ ਵੀ ਨੇ ਕੀਤਾ। ਇਹਨਾਂ ਦਾ ਰੋਮਾਂਸ ਮੋਸਟਲੀ ਹਸਪੀਟਲ ਚੱਲਿਆ। ਆਈ ਸੌ ਦੈਟ। ਐਕਚੁਅਲੀ ਜਦੋਂ ਰੋਮਾਂਟਿਕ ਸੀਨ ਦੀ ਗੱਲ ਆਉਂਦੀ ਹੈ ਨਾ, ਮੇਰਾ ਐਕਸਪੀਰੀਅੰਸ ਆਪਣਾ ਇਹ ਰਿਹਾ ਕਿ ਸੀਨ ਸੁਣ ਤਾਂ ਹੋ ਜਾਂਦੇ ਨੇ ਮੇਰੇ ਤੋਂ, ਉੱਦਾਂ ਨਹੀਂ ਗੱਲ ਹੁੰਦੀ, ਉੱਦਾਂ ਨਾਰਮਲੀ ਗੱਲ ਹੀ ਨਹੀਂ ਹੁੰਦੀ ਮੇਰੇ ਕੋਲ। ਇਹ ਪ੍ਰੋਬਲਮ ਹੈ ਨਾ, ਉਹ ਸੀਨ ਦੇ ਵਿੱਚ ਸ਼ਾਇਦ ਪਤਾ ਨਹੀਂ ਕਿਹੜਾ ਬਟਨ ਆਨ ਹੁੰਦਾ ਕਿ ਕਰ ਦਈਦਾ, ਪਤਾ ਨਹੀਂ ਕੀ ਹੋ ਜਾਂਦਾ ਉਦੋਂ। ਉਹ ਵੀ ਐ ਹੁੰਦਾ ਵੀ ਕੈਮਰੇ ਲੱਗੇ, ਇੰਨਾ ਕਰੂ ਆਇਆ, ਚਲੋ ਕਰ ਦੋ ਯਾਰ, ਕਾਹਨੂੰ ਟਾਈਮ ਖਰਾਬ ਕਰਨਾ। ਪਰ ਸੱਚੀ ਗੱਲ ਆ, ਇਹ ਬਹੁਤ ਔਖਾ ਹੁੰਦਾ ਹੈ ਨਾ, ਔਖਾ ਹੁੰਦਾ ਨਾ, ਬਿਕਾਜ਼ ਮੈਂ ਬਹੁਤ ਸਾਰੇ ਮੇਲ ਆਰਟਿਸਟ ਤੋਂ ਹੀ ਸੁਣਿਆ ਦੈਟ ਇਜ਼ ਅ ਟਫ ਜੌਬ। ਐਂਡ ਬੇਸ਼ੱਕ ਤੁਸੀਂ ਬਿਲਕੁਲ ਸਹੀ ਸੁਣਿਆ, ਇਹ ਸਭ ਤੋਂ ਔਖਾ ਪਾਰਟ ਆ। ਇਹ ਲੜਾਈ ਝਗੜੇ ਵੀ ਹੋ ਜਾਂਦੇ ਆ, ਸਾਰਾ ਕੁਝ ਹੋ ਜਾਂਦਾ ਸੌਖਾ, ਪਰ ਰੋਮਾਂਸ ਕਰਨਾ ਬਹੁਤ ਔਖਾ, ਟਫ। ਅੱਛਾ, ਤੁਸੀਂ ਕਿਹਾ ਕਿ ਤੁਹਾਡਾ ਤਾਂ ਯੂਵੀ ਦਾ ਰੋਮਾਂਸ ਆ, ਸੋ ਹਾਊ ਇਜ਼ ਯੂਵੀ ਔਰ ਹਾਊ ਇਜ਼ ਯੂ ਇਨ ਦੈਟ? ਮੈਨੂੰ ਨਹੀਂ ਲੱਗਿਆ ਕਿ ਉਹ ਨਰਵਸ ਆ ਜਾਂ ਉਹਨਾਂ ਨੂੰ ਅਨਕੰਫਰਟੇਬਲ ਫੀਲ ਹੋਇਆ, ਮਤਲਬ ਅਸੀਂ ਵਧੀਆ ਕੀਤਾ, ਵਧੀਆ ਰੋਮਾਂਸ। ਨਹੀਂ, ਬਟ ਆਈ ਥਿੰਕ ਹੈਰੀ ਸਰ ਵੀ ਸਾਨੂੰ ਜਦ ਸੀਨ ਐਕਸਪਲੇਨ ਕਰਦੇ ਸੀ ਬਹੁਤ ਅੱਛੀ ਤਰੀਕੇ ਨਾਲ ਸਮਝਾਉਂਦੇ ਸੀ ਕਿ ਸਾਨੂੰ ਸਮਝ ਵੀ ਆ ਜਾਂਦਾ ਸੀ ਕਿ ਅਸੀਂ ਕਿਵੇਂ ਰਿਐਕਟ ਕਰਨਾ, ਕਿਵੇਂ ਕਰਨਾ, ਵਧੀਆ ਕੰਫਰਟੇਬਲ ਕਰ ਦਿੰਦੇ ਸੀ। ਓਕੇ, ਅੱਛਾ, ਜਿਵੇਂ ਤੁਸੀਂ ਆਪਣੇ ਰੋਲ ਬਾਰੇ ਕਿਹਾ ਕਿ ਇਟ ਵਾਜ਼ ਚੈਲੰਜਿੰਗ, ਬਟ ਨਿਕੀਤ ਕਿਸੇ ਦਾ ਨਾ ਹੁੰਦਾ ਕਿ ਯਾਰ ਦਿਸ ਇਜ਼ ਮਾਈ ਡ੍ਰੀਮ ਰੋਲ ਔਰ ਡ੍ਰੀਮ ਪ੍ਰੋਜੈਕਟ, ਜਾਂ ਮੈਂ ਇਹ ਜ਼ਰੂਰ ਕਰਨਾ ਹੈ, ਸੋ ਵਾਟ ਇਜ਼ ਦੈਟ? ਐਜ਼ ਐਨ ਐਕਟਰ ਮੈਨੂੰ ਸਾਈਕੋ ਟਾਈਪ ਕੁਝ ਕਰਨਾ ਹੈ ਜਾਂ ਯੂ ਨੋ ਪਾਗਲ ਟਾਈਪ। ਲੁੱਕ ਐਟ ਹਿਸ ਰਿਐਕਸ਼ਨ। ਨਾਲੇ ਹੈ ਇਹ ਸਾਈਕੋ ਕਰਨ ਦੀ, ਸਪੈਸ਼ਲ ਕਰਨ ਦੀ ਲੋੜ ਹੈ ਔਨ ਸਕਰੀਨ ਸਾਈਕੋ। ਲੈਟਸ ਡੂ ਇਟ ਨਾ, ਲੈਟਸ ਡੂ ਇਟ, ਲੈਟਸ ਕ੍ਰੀਏਟ ਸਮਥਿੰਗ। ਤੁਸੀਂ ਆਪ ਸੋਚੋ, ਪੀਟੀਸੀ ਦੇ ਇੰਟਰਵਿਊ 'ਚ ਐਡਾ ਕੁਝ ਪਾ ਕੇ ਆਈ ਹੈ, ਸਾਈਕੋ ਕੀ ਤਾਂ ਹੈ। ਓ ਮਾਈ ਗॉड, ਹੋਰ ਕੀ ਹੈ? ਮੈਨੂੰ ਤਾਂ ਅੰਡਰ ਡਰੈਸਡ, ਆਈ ਐਮ ਫਾਈਨ। ਇਦਾਂ ਨਹੀਂ ਹੁੰਦਾ, ਜੇ ਤੁਹਾਨੂੰ ਅੰਡਰ ਡਰੈਸਡ ਕਹਿਣਾ ਹੁੰਦਾ ਇਦਾਂ ਨਹੀਂ ਹੁੰਦਾ। ਤੁਸੀਂ ਮੰਨੋਗੇ ਗਰਲਸ ਆਰ ਨੈਵਰ ਓਵਰ ਡਰੈਸਡ, ਰਾਈਟ? ਨਹੀਂ, ਨੈਵਰ, ਅਸੀਂ ਆਪ ਮੰਨਦੇ ਹਾਂ। ਵਾਟ ਯਾਰ, ਸ਼ੀ ਇਜ਼ ਅ ਗਰਲ। ਆ ਸ਼ੀਸ਼ੇ ਜੇ ਮੇਰੀਆਂ ਅੱਖਾਂ 'ਚ ਪੈਣ ਡੇ, ਹਜੇ ਓਵਰ ਡਰੈਸਡ ਨਹੀਂ ਹੈ, ਬਟ ਸ਼ੀ ਇਜ਼ ਲੁਕਿੰਗ ਬਿਊਟੀਫੁਲ। ਨਹੀਂ, ਬਹੁਤ ਬਿਊਟੀਫੁਲ ਜੀ, ਸ਼ੀ ਇਜ਼ ਬਿਊਟੀਫੁਲ, ਇਹ 'ਚ ਕੋਈ ਸ਼ੱਕ ਨਹੀਂ ਹੈ। ਸੋ ਉਹੀ ਗੱਲ ਆ ਨਾ, ਹੁਣ ਮਤਲਬ ਯਾਰ ਉਹ ਸਤਰੀ ਹੈ, ਉਹ ਕੁਝ ਵੀ ਕਰ ਸਕਤੀ ਹੈ। ਹਾਂ, ਇੱਕ ਤਾਂ ਆ ਜਿਹੜੀ ਆਜ਼ਾਦੀ ਆ ਨਾ ਸਤਰੀ ਵਾਲੀ, ਇਹ ਬਹੁਤ ਖਰਾਬ ਕਰਦੀ। ਉਹ ਸਤਰੀ ਹੈ, ਉਹ ਪ੍ਰੈਸ ਤਾਂ ਕਰੇਗੀ, ਹੈ ਨਾ, ਨਵਾਂ ਡਾਇਲੌਗ। ਬਟ ਐਨੀ ਹਾਊ ਸੋਹਣੀ ਵੀ ਲੱਗ ਰਹੀ ਹੈ, ਦੇਖੋ ਐਦਾਂ ਓਵਰ ਡਰੈਸ ਇਹਨਾਂ ਦੇ ਅਕੋਰਡਿੰਗ ਆ, ਬਟ ਆਈ ਥਿੰਕ ਯੂ ਆਰ ਫਾਈਨ।
ਪਰ ਤੁਹਾਡੇ ਸਵਾਲ ਦਾ ਜਵਾਬ ਇਹ ਹੈ ਕਿ ਤੁਸੀਂ ਮੈਡਮ ਤੁਸੀਂ ਆਲਰੇਡੀ ਇੱਕ ਰੋਲ ਅਦਾ ਕਰ ਰਹੇ ਹੋ ਜਿਹੜਾ ਤੁਸੀਂ ਕਰਨਾ ਚਾਹੁੰਦੇ ਹੋ। ਤੁਸੀਂ ਮੈਂ ਹੈਗੇ ਔਨ ਹੋ। ਸਕਰੀਨ ਨਹੀਂ ਕਦੇ ਕੀਤਾ ਨਾ, ਤੁਸੀਂ ਰਿਐਲਿਟੀ 'ਚ ਮੈਨੂੰ ਜੋ ਮਰਜ਼ੀ ਬੋਲੋ, ਔਨ ਸਕਰੀਨ ਮੈਨੂੰ ਮੌਕਾ ਮਿਲਿਆ। ਹਾਂ ਔਨ ਸਕਰੀਨ ਵੀ ਦੋ ਭਾਈ ਮੌਕਾ, ਜਲਦੀ ਮਿਲੇਗਾ। ਸੁਣ ਰਿਹਾ ਕੋਈ ਹੋਵੇ। ਦਿੰਦੇ ਆ ਨਾ, ਚਲੋ ਲੈਟਸ ਡੂ ਸਮਥਿੰਗ। ਨਹੀਂ ਫੀਲ ਨਹੀਂ ਆਏਗਾ ਨਾ ਕੱਪੜੇ ਕੁਪੜੇ। ਅੱਛਾ ਸਾਈਕ, ਓਕੇ ਆਈ ਗॉट ਇਟ, ਠੀਕ ਹੈ, ਮੈਨੂੰ ਹਜੇ ਤਾਂ ਸਮਝ ਆ ਪਾਰਟੀ ਗਿਆ। ਵਾਲੇ ਕੱਪੜੇ ਪਾਏ ਹੋਏ ਆ, ਸਾਈਕਲ ਨਹੀਂ ਕੁਝ। ਹਲੇ ਮੈਂ ਇਹ ਵਾਲ ਖਲਾਰ ਦੀ ਸ਼ਗਨ ਪਾ ਦੋ ਮੈਨੂੰ, ਬੈਠੀ ਆ। ਇਹ ਵਾਲ ਖਲਾਰ ਦਿੰਦੇ ਆ। ਸੋ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਨਿਕੀਤ ਨੂੰ ਪ੍ਰਮੋਸ਼ਨਸ ਦੇ ਚੱਲਦੇ ਜਿਹੜਾ ਆ ਜਾਣਾ ਪਿਆ ਕਿਤੇ ਹੋਰ, ਸੋ ਵਿਲ ਮਿਸ ਯੂ ਨਿਕੀਤ ਐਂਡ ਜਸਲੀਨ ਵੈਲਕਮ। ਤੇ ਸਭ ਤੋਂ ਪਹਿਲਾ ਸਵਾਲ ਤੁਹਾਡੇ ਤੋਂ ਇਹ ਹੋਵੇਗਾ ਕਿ ਤੁਹਾਡਾ ਕੈਰੈਕਟਰ ਵਾਸ ਕੁਆਇਟ ਚੈਲੰਜਿੰਗ, ਆਈ ਕੈਨ ਸੀ ਦੈਟ, ਮਤਲਬ ਦੇਖ ਕੇ ਲੱਗ ਰਿਹਾ ਉਸਨੂੰ ਕਿ ਬਹੁਤ ਜ਼ਿਆਦਾ ਚੈਲੰਜਿੰਗ ਹੋਵੇਗਾ, ਉੱਤੋਂ ਹਰਿਆਣਵੀ। ਸੋ ਆਈ ਵਾਂਟ ਟੂ ਆਸਕ ਕਿ ਤੁਹਾਡਾ ਐਕਸਪੀਰੀਅੰਸ ਕਿਹੋ ਜਿਹਾ ਸੀ? ਮੇਰਾ ਐਕਸਪੀਰੀਅੰਸ ਇਹਦੇ ਵਿੱਚ ਬਹੁਤ ਹੀ ਡਿਫਰੈਂਟ ਸੀ, ਬਿਕੋਜ਼ ਇਹ ਮੇਰੀ ਡੈਬਿਊ ਮੂਵੀ ਹੈ। ਇਹ ਚੈਲੰਜਿੰਗ ਤੇ ਸੀ ਹੀ, ਬਿਕੋਜ਼ ਹਰਿਆਣਵੀ ਮੈਂ ਪਹਿਲੀ ਵਾਰ ਬੋਲ ਰਹੀ ਹਾਂ ਉਹਦੇ ਵਿੱਚ, ਤੇ ਹਰਿਆਣਵੀ ਵੀ ਸਿੱਖਣੀ ਪਈ ਬੋਲਣ ਵਾਸਤੇ। ਔਰ ਜੋ ਵੀ ਐਟੀਟਿਊਡ ਹੁੰਦਾ ਸਪੋਰਟਸ ਦੀ ਕੁੜੀਆਂ ਦਾ ਐਟੀਟਿਊਡ, ਉਹ ਵੀ ਕਿੱਦਾਂ ਚੱਲਣਾ ਹੈ ਕਿੱਦਾਂ ਨਹੀਂ ਚੱਲਣਾ, ਉਹ ਸਭ ਵੀ ਸਿੱਖਣਾ ਪਿਆ। ਬਟ ਮੈਨੂੰ ਬਹੁਤ ਮਜ਼ਾ ਆਇਆ ਕੰਮ ਕਰਕੇ, ਇਹੋ ਜਿਹੇ ਕੰਮ ਕਰਕੇ ਨਾ ਕੁਛ ਮਜ਼ਾ, ਕੁਛ ਨया ਹੈ, ਕੁਛ ਨया ਕਰਕੇ ਮਜ਼ਾ ਆਉਂਦਾ ਹੈ। ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਮਿਹਨਤ ਇਹਨਾਂ ਵਾਲੇ ਕਰੈਕਟਰ ਤੇ ਹੀ ਹੋਈ, ਔਰ ਇਹਨਾਂ ਨੇ ਕੀਤਾ ਬਹੁਤ ਐਂਡ ਕੀਤਾ ਵੀ ਬਹੁਤ ਕਮਾਲ, ਬਹੁਤ ਜ਼ਿਆਦਾ, ਬੇਸ਼ੱਕ ਬਹੁਤ ਜ਼ੋਰ ਲੱਗਿਆ ਐਂਡ ਬਰਾਬਰ ਜ਼ੋਰ ਲਾਇਆ ਗਿਆ ਇਹਨਾਂ ਵੱਲੋਂ, ਜਿਹੜੀ ਸਭ ਤੋਂ ਅੱਛੀ ਗੱਲ। ਅੱਛਾ ਮੈਂ ਦੇਖਿਆ ਕਿ ਉਸ ਦੇ ਵਿੱਚ ਹੇਅਰ ਕੱਟ ਆ, ਮਤਲਬ ਵਾਲ ਕੱਟੇ ਹੋਏ ਆ। ਐਜ਼ ਅ ਸਪੋਰਟਸ ਪਰਸਨ ਯੂ ਹੈਵ ਟੂ ਸ਼ੋ ਯੋਰਸੈਲਫ, ਸੋ ਵਾਸ ਦੈਟ डायरेक्टर्स डिमांड या फिर ऑलरेडी हेयर काफ़ी शॉर्ट सी? नहीं, डायरेक्ट मेरे बाल बहुत लंबे थे, बहुत लंबे सी मेरे बाल, पर बाल मैं कटवाए। और ऐसा नहीं कि किसी ने बहुत फोर्स करके मैनू डिमांड की थी, विग भी लगा सकते सी, बट कि ना एक फील जी होंगी है, मैनू पता है जिवें कि मैं विग लगाई हुई है, मैं खुद उन्होंने कहा कि मैं वाल कटावांगी रियल विच, क्योंकि एक फील होंगी है ना, एक स्पोर्ट्स पर्सन की फील कि जब मैं बाल कट्टन तो बाद मैं खुद अपने अंदर महसूस किया सी कि आई एम जस्ट डिफरेंट पर्सन, आई कंप्लीटली डिफरेंट। मैनू लग रहा सी मैं स्पोर्ट्स दी ही कुड़ी हाँ, मतलब बिल्कुल चेंज ही हो गया, मेरा कैरेक्टर रियल भी चेंज हो गया, मेरी चाल चेंज हो गई, मतलब यू नो एवरीथिंग इज जस्ट वेरी डिफरेंट। सो just to show the perfection yes, character ਦੇ ਵਿੱਚ ਆਣ ਲਈ खुद you की have done that. satisfaction बहुत ज़रूरी है, मतलब आप खुद satisfaction हो तो Exactly. But one question as a girl to girl, it's tough. मतलब ਹੁਣ ਮੈਨੂੰ ਕੋਈ ਕਵੇ ਕਿ character ਚਾਣ ਲਈ you have to cut your hair, I'll be like no I can't do it, like I'll think 100 times ਕਿ ਐਵੇਂ ਕਿਵੇਂ ਹੋ ਸਕਦਾ ਹੈ। ਸੋ ਉਹ ਵਾਲੀ ਫੀਲਿੰਗ ਨਹੀਂ ਹੈ ਕਿ ਯਾਰ I'm doing it ਸਿਰਫ ਇਸ character ਲਈ ਕਰ ਰਹੀ ਆ, ਅੱਗੇ ਜਾ ਕੇ ਮੈਂ ਹੋਰ ਕੰਮ ਵੀ ਕਰਨਾ, ਮੇਬੀ ਉਹ 'ਚ ਛੋਟੇ ਵਾਲਾ ਦੀ ਡਿਮਾਂਡ ਨਾ ਹੋਵੇ, something like that। ਉਹ ਨਹੀਂ ਚੀਜ਼ ਫੀਲ ਹੋਈ? You know, thing is with me, मैं सोचती नहीं हूँ आगे का, I live in present. If I'm doing something, मैं पूरी तरह वही कर रही हूँ, मैंने सोचा ही नहीं कि मुझे आगे क्या करना होगा, वो मिलेगा कि नहीं मिलेगा। Whatever I am doing, I want to give my more than 100%, कि वो परफेक्ट हो, that's all। उसके बाद क्या होता है, बढ़ेंगे भी, क्योंकि मेरे घर पे तो मालूम ही नहीं था मैंने बाल कटा दिए, मैंने उनको पिक्चर्स भी नहीं सेंड करी अपनी। ये मेरा नेक्स्ट सवाल है कि how was that their reaction? और मैं बस सीधा घर गई थी उसके बाद, और वो देख के मतलब बिल्कुल हैरान हो के वो थोड़ी देर देख रहे हैं कि ये जसलीन ही है, क्योंकि मैं चेंज भी हो गई थी बिल्कुल ना, फेस मतलब कंप्लीटली चेंज। तो फिर उन्होंने मुझे डांटा भी, दादी वगैरह यू नो ग्रैंड पेरेंट्स कैसे होते हैं कि बाल आप सिख फैमिली से बिलोंग करते हो, बाल कटा दिए इतने छोटे पर कट्टी लग रही है वो। तो फिर लूज भी कीता था ना, वेट भी लूज कीता था। मैंने वेट बढ़ाया अपना एक में, बॉक्सर में, क्योंकि उसमें मेरे को यू नो थोड़ा तगड़ा बंदा, और जो दूसरी वाली थी उसमें जब जैसी मैं हूँ वैसी ही लड़की थी, पर मैंने अपना वेट बढ़ाया था और एब्स भी निकाले थे, मतलब दो चीज़ें इकट्ठी चल रही थी, और बहुत छोटे टाइम में। और जब मेरा शूट था मेन बॉक्सिंग मैंने तो पानी नहीं पिया 2 दिन से, ताकि मसल्स दिखाई दे, मतलब कटिंग दिखाई दे उसके ऊपर। तो इस तरह का काम था। तो बाकी कुछ मेरे घर वाले मुझे जानते भी हैं कि इसको जो करना था वो इसने करना ही था। तो फिर अब मेरे बाल इतने से बढ़ गए हैं वैसे, शुक्र है टाई होने लगे हैं अंदर। तो वरना मेरा ब्रदर कहता है मैं लड़कों वाली फीलिंग आती तुझे देख के, मतलब ऐसा लगता है कोई मेरा भाई, छोटा भाई बैठा हुआ है। हार्ड वर्क पेज ऑफ, नो डाउट। मूवी ਨੂੰ ਕਾਫੀ ਪਿਆਰ ਮਿਲ ਰਿਹਾ ਐਂਡ ਉੱਪਰੋਂ ਹਰਿਆਣਵੀ ਬੋਲਣਾ ਉਹ ਵੀ ਇੱਕ ਚੈਲੰਜ ਸੀ, ਐਂਡ ਬੋਲੀ ਵੀ ਬਹੁਤ ਕਮਾਲ ਕਿ ਹਰਿਆਣਵੀ ਲੈਂਗੁਏਜ ਇਹੀ बोलते ही ने। मुझे सेट में सब कह रहे थे आप हरियाणा, को लगा मैं झज्जर, मैं कह रहे कहाँ से हो, मैंने कहा झज्जर से हूँ मैं। वो समझ रहे हैं कि हरियाणवी ही है, किसी को पता ही नहीं लगा जब तक मैंने नहीं बताया कि मैं हरियाणवी नहीं हूँ। ओके, सो कितना टाइम लगा इस पूरे प्रोसीजर ਦੇ ਵਿੱਚ? मतलब हरियाणवी सीखना वाज
आई एम श्योर हरियाणवी लोगों नाल टाइम स्पेंड किया होगा। कुछ नहीं स्पेंड किया क्योंकि टाइम नहीं मिला। ओह माय गॉड, कुछ भी टाइम नहीं मिला। मैंने हरियाणवी वीडियोस देख देख के, उनके गाने सुन सुन के, क्योंकि टाइम बहुत कम था ना, टाइम बहुत कम था, इसलिए अगर टाइम होता फिर तो मैं और अच्छे से करती। विद टाइम वॉज वेरी वेरी लेस, तो मैं सारा दिन दिन रात में हरियाणवी गाने सुन रही थी ताकि मेरे कानों में, लैंग्वेज इज ऑल अबाउट लिसनिंग, आप सुनते हो जो बोलते हो, तो फिर ऑटोमेटिकली मेरे अंदर वो एसेंट आने लगा धीरे धीरे। और मेरे घर वाले मुझसे फ़ोन पे बात करते हैं, वो कहते हैं कि ठीक तो हो जाएगी ना तो इसके बाद भी इतनी खड़ी बोली बोल रही है। ਮਤਲਬ ਡਾਇਲੌਗ ਨੂੰ ਯਾਦ ਕਰਦੇ ਆ ਦੇਖਣਾ ਤਾਂ ਤੁਸੀਂ ਜਸਲੀਨ ਨੂੰ ਦੇਖੋ ਐਨ ਪਰੇ ਲੱਗ ਕੇ ਕਿਸੇ ਦੇ ਨਾਲ ਨਹੀਂ, ਮਤਲਬ ਇੱਕ ਸਾਈਡ ਤੇ ਕਾਰਨਰ 'ਚ ਨਾ ਲੱਗੀ ਪਈ ਆਪਣਾ ਜ਼ੋਰ ਲਾ ਕੇ। ਬਿਕੋਜ਼ ਮਤਲਬ ਅਸੀਂ ਸਮਝ ਸਕਦੇ ਹਾਂ ਵੀ ਕਿਤੇ ਹੋਰ ਆਪਾਂ ਪੰਜਾਬੀ ਨੋਰਮਲ ਸੁਣਦੇ ਆ, ਹਿੰਦੀ ਸੁਣਦੇ ਆ ਤਾਂ ਤੁਸੀਂ ਇੱਕਦਮ ਤੁਹਾਡੇ ਦਿਮਾਗ 'ਚੋਂ ਨਿਕਲ ਜਾਂਦਾ ਸਾਰਾ ਕੁਝ। ਸੋ ਅਸੀਂ ਦੇਖਦੇ ਸੀਗੇ ਬੜਾ ਸੀਰੀਅਸਲੀ, ਐਂਡ ਉਹ ਕਿਉਂਕਿ ਕਰੈਕਟਰ ਦੀ ਡਿਮਾਂਡ ਸੀ ਉਹ ਕਰਨਾ ਪੈਂਦਾ ਸੀ। ਮਤਲਬ ਉਹ ਪੁਰਾਣੀ ਪ੍ਰਿੰਕਾਂ ਨਾਲ ਵੀ ਮਜ਼ਾ ਆਇਆ ਸੀ, ਇਹਦੇ ਨਾਲ ਵੀ ਮਜ਼ਾ ਆਇਆ ਇਸ ਪ੍ਰਿੰਕਾਂ ਨਾਲ। नो डाउट, एंड दिस इज अ कमेंडेबल और जॉब। एवरीबॉडी सेज ऑन सेट, ऐसा लग रहा है तुम्हारे पेपर चल रहे हैं, ऐसे लग रहा है, क्योंकि मैं ऐसे पढ़ के जैसे एग्जाम में बच्चे करते हैं ना। सो इन्नी पढ़ाई तो स्कूल च भी नहीं की होनी नहीं, ਸੱਚੀ ਗੱਲ ਹੈ। सो दैट वाज अ कमेंडेबल जॉब, एंड आई मस्ट से कि बहुत ज़्यादा, मतलब मैं सुन रही तो मैं विजुलाइज कर सकती हूँ कि कितना टफ रहा होएगा वो सारी जर्नी एंड ऑल। सो लोगों का कहो जा रिएक्शन है, हाले फिल्म आनी, आई नो दैट 10th of September नू, पर आई एम वेरी श्योर कि टीजर देख के या गाने नू देख के या पिक्चर्स देख के थोड़ी रिस्पॉन्स कहा जाए लोगों का। पिक्चर लोगों का इतना ज़्यादा शॉकिंग है, उनका मेरा लुक देख के। पहले तो उन्होंने मेरे पहचाना ही नहीं मुझे कि ये जसलीन है। वो कह रहे हैं मतलब जैसे पिक्चर दिखाओ ना, हाँ ठीक है आगे, मतलब अच्छा ये कौन है, मतलब उनको मेरे को बताना पड़ रहा है कि ये मैं हूँ। और उसके बाद मैंने अपना दूसरा लुक दिखाया, मीन्स दे आर लाइक शॉक्ड कि इतना चेंज लुक में, पूरे एब्स हैं और फेस कट ही चेंज हो गया हेयर स्टाइल के साथ और चाल और बाइक के साथ, मतलब डिफरेंट कैरेक्टर। और मेरे घर पे भी सब लोग बहुत मतलब शॉकिंग जिसे कहते हैं ना एकदम कि अच्छा ये लुक है मूवी का, अच्छा ये लुक है तुम्हारा। मीन्स बट मुझे बड़ा मज़ा आया सुन के, क्योंकि मेहनत करते हो आप तो बोलता है कोई कि दिस इज, तो अच्छा लगता है सुन के। मैं चाहती थी कि मैं डिफरेंट ही लगूँ, जाटनी ही लगूँ, मैं ये नहीं चाहती थी कि सुंदर लगूँ ना लगूँ। और मैंने अपना हेयर कट भी ऐसा कराया, मैंने कहा कि स्पोर्ट्स की लड़कियों का हेयर कट ना स्टाइलिश नहीं होते, वो कुछ भी कटते हैं, उनको बस ये होता है मैं हमारे यहाँ नहीं लगे। तो मैंने कहा ऐसे कुछ भी काटना, मैं लगनी चाहिए कि लड़की खड़ी, मतलब ऐसे होती है ना, कैसे होती हैं लड़कियां, धाकड़, उन्हें मतलब नहीं है ब्यूटी से, तो मुझे लगा वैसी ही लगनी चाहिए हूँ मैंने वैसा ही हेयर कट लिया। तो बट थैंक गॉड वो जो हमने सोचा था डायरेक्टर ने भी और हमने भी, वैसा लुक आया, इसके लिए मैं बहुत खुश हूँ। एग्जैक्टली, एंड आई मस्ट से कि एक आर्टिस्ट की जिंदगी कितनी टफ होंदी है, लाइक यू हैव टू गो इनटू दैट कैरेक्टर, उस कैरेक्टर नू जीन लई, एंड जसलीन इज द लाइव एग्जांपल ऑफ दैट। सो वेरी नाइस, आई एम श्योर कि रिस्पॉन्स भी लोगों वालों है जाए आएगा फिल्म नू देख के। सो जस्ट होपिंग फॉर द बेस्ट। अच्छा साडियां गल्लां बहुत ज़्यादा जिहड़ी हो गई डीपली फिल्म बारे, सो एक चीज़ तो रह गई जिहड़ी परफेक्शन जिहदे लई सारा हार्ड वर्क किया हुण इंटरव्यू देण आए हो। सो आई रियली वांट कि हरियाणवी च कुछ हो जाए, आई थिंक यू विल बी मोर कंफर्टेबल इन दैट। सो लेट्स डू वन थिंग, इन्हां दोनों नाल हरियाणवी च गल करो, एंड तुसीं तां पंजाबी च रिस्पॉन्ड कर सकते हो। नहीं पता क्या है, अब कोविड के बाद ना यार सच्ची साफ मैदान साफ हो गया है। हाँ। पर एक डायलॉग ही बोल सकती हूँ, Yeah, sure. डट जा। नाइस ਖੜ ਜਾ ਨੂੰ ਕਹਿੰਦੇ ਹੁੰਦੇ ਆ ਹਰਿਆਣੇ ਚ। नाइस नाइस नाइस। न्यू ना सोचियो मैंने बोल ना आती, लठ गाड़ दूंगी। Oh my god, nice, very nice. I think थोड़ा बहुत ही रह गया सर, बाकी साफ हो गया। ਖਤਮ ਹੋ ਗਿਆ। जिन्नी भी तारीफ की जाए घट आ, जस्ट टू गेट टू दैट इनटू दैट कैरेक्टर तुसी इन्ना ज़्यादा किया, सो इट्स अ टफ जॉब आई मस्ट से। सो हुण इस तो बाद अपना सेगमेंट आ गेम सेगमेंट, आपां कुछ खेडना है या सो यू गाइज आर रेडी? हाँ जी रेडी। सो विल स्टार्ट विद हरीश। ओके ये हमेशा ही एवर रेडी होंदे आ, सो विल स्टार्ट विद यू। सो फन इज इन्ने सारे फॉलोअर्स आ, लेट्स प्ले अ गेम विद दैम। तुसी अपने सोशल मीडिया ते हुणी एक वीडियो पानी आ जिदा अग्गा पिछा कुछ नहीं, तुसी सिर्फ कहना है कि यार भिंदे हलवाई दी साइकिल गवाच गई आ, जिन्हों मिल जे ओ मैनू डीएम करे। अच्छा पिंदे हलवाई ਨੂੰ ਤਾਂ ਪੁੱਛ ਲਓ, ਪ੍ਰਭ ਨੂੰ ਜਾਣਦਾ नहीं ਉਹਨੂੰ ਪੁੱਛ ਤਾਂ ਲਓ, ਪਿੰਦੇ ਨੂੰ ਗੁੰਮੀ ਵੀ ਆ ਪੁੱਛ ਕੇ ਆਇਆ ਨਾ, ਉਹੀ ਤਾਂ ਕਹਿ ਰਹੀ ਆ, ਪੁੱਛ ਕੇ ਇਨਫੋਰਮੇਸ਼ਨ ਲੈ ਕੇ ਆਇਆ। ਆਮ ਟਾਕਿੰਗ ਔਨ ਫੈਕਟਸ। ਵੀਰੇ ਪਾਓ ਯਾਰ, ਫਿਰ ਤਾਂ ਬਣਦੀ ਹੈ, ਹੈਲਪ ਹੋਊਗੀ ਅਗਲੇ ਦੀ।
ਯਾਰ ਮੇਰੇ ਕੋਲੇ ਤਾਂ ਬਹੁਤ ਥੋੜੇ ਫਾਲੋਅਰਸ ਨੇ, ਤੇਰੇ ਫਾਲੋਅਰਸ ਉਹਦੀ ਸਾਈਕਲ ਲੱਭ ਵੀ ਦੇਣਗੇ। ਤੁਸੀਂ ਦੋਵੇਂ ਇਕੱਠੇ ਹੋ ਕੇ ਪਾ ਲਓ, ਆਈ ਡੋਂਟ ਮਾਈਂਡ, ਇਟਸ ਓਕੇ। ਅੱਛਾ ਮੈਂ ਟਰਾਈ ਕਰਦਾ, ਮੈਂ ਪਾਓ ਵੀਰੇ ਯਾਰ, ਸਖਤ ਲੋੜ ਆ ਅਗਲੇ ਨੂੰ, ਉਹ ਸਾਈਕਲ ਬਹੁਤ ਜ਼ਰੂਰੀ ਹੁੰਦੀ ਹੈ। ਇਹ ਆ ਦੇਖੀ ਆ ਲਿਖਿਆ। ਹਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਇੱਕ ਬਹੁਤ ਜ਼ਰੂਰੀ ਸੂਚਨਾ, ਭਿੰਦੇ ਹਲਵਾਈ ਦੀ ਸਾਈਕਲ ਖੋ ਗਈ ਹੈ ਜੀ। ਜਿਹਨੂੰ ਕਿਸੇ ਨੂੰ ਵੀ ਲੱਭੇ ਪਲੀਜ਼ ਭਿੰਦੇ ਹਲਵਾਈ ਤੱਕ ਪਹੁੰਚਦੀ ਕਰਿਓ। ਵਿਚਾਰਾ ਉਹ ਪਿੰਦੇ ਮਿਲ ਜੂਗੀ, ਘਬਰਾਈ ਨਾ। ਬਿਨਾਂ ਸਾਈਕਲ ਤੋਂ ਪੈਦਲ ਤੁਰਿਆ ਫਿਰਦਾ, ਮੁੜਕੀ ਹੋਇਆ। ਕਿਰਪਾ ਕਰਕੇ ਦੀ ਸਾਈਕਲ ਲੱਭ ਕੇ ਦਿਓ ਜੀ। ਸਹੀ ਹੈ ਜਸਲੀਨ, ਤੁਸੀਂ ਵੀ ਕਿਹੋ ਪਲੀਜ਼ ਲੱਭ ਦਿਓ। ਆ ਲਓ ਜੀ, ਕਰਤੀ ਪਲੀਜ਼ ਲੱਭ ਦਿਓ। ਚਲੋ ਧੰਨਵਾਦ, ਥੈਂਕ ਯੂ ਸੋ ਮਚ। ਹੁਣ ਰਿਸਪੌਂਸ ਦੱਸਣਾ ਹੈ ਤੁਸੀਂ ਇੰਟਰਵਿਊ ਤੋਂ ਬਾਅਦ। ਮੈਂ ਦੱਸ ਦੂੰਗਾ। ਉਦਾਂ ਸਾਈਕਲ ਆ ਜਾਣੀਆਂ ਵੀਰੇ ਨੂੰ ਤਾਂ ਯਾਰ 4-5 ਕਿਹੜੀ ਗੱਲ ਆ। ਪਿੰਦੇ ਨੂੰ ਭਾਵੇਂ 2 ਦੇ ਦਿਓ, ਉਸ ਤੋਂ ਬਾਅਦ ਸਾਈਕਲ ਲੈਣੀ ਆਪਾਂ। ਓਕੇ, ਸੋ ਇਹ ਸਵਾਲ ਤੁਹਾਡੇ ਤਿੰਨਾਂ ਲਈ ਆ, ਤਿੰਨੋਂ ਤੁਸੀਂ ਪਾਰਟਿਸਿਪੇਟ ਕਰ ਸਕਦੇ ਹੋ। ਇੱਕ ਦੁੱਧ ਵਾਲੇ ਕੋਲ ਨਾ ਇੱਕ 5 ਲੀਟਰ ਦੀ ਕੈਨ ਆ, ਇੱਕ 3 ਲੀਟਰ ਦੀ ਕੈਨ ਆ, ਪਰ ਉਹਨੇ ਕਿਸੇ ਨੂੰ 1 ਲੀਟਰ ਦੁੱਧ ਦੇਣਾ ਨਾਪ ਕੇ, ਕਿਵੇਂ ਦੋਗਾ? ਉਹ ਪਿੰਦਾ ਨਹੀਂ ਹੈ, ਉਹ ਤੁਹਾਡਾ ਦੁੱਧ ਵਾਲੇ ਨਾਲ ਬੜਾ ਪਿਆਰ ਕੀਤਾ। I have to think of it, but ਨਹੀਂ, ਇਹ ਪਿੰਦਾ ਨਹੀਂ ਹੈ, ਕੋਈ ਹੋਰ ਆ। ਅੱਛਾ, ਸੋ ਉਹ ਕਿਵੇਂ ਦੋਗਾ? ਇੱਕ ਕੋਲੇ 5 ਲੀਟਰ ਦੁੱਧ ਦੇਣ ਵਾਲੀ ਕੈਨ ਹੈ, ਇੱਕ ਕੋਲੇ 3 ਲੀਟਰ ਦੁੱਧ ਨਾਪ ਕੇ ਦੇਣ ਵਾਲੀ ਕੈਨ, ਨਾਪ ਕੇ ਦੇਣਾ, ਤੇ ਉਹਨੇ 1 ਲੀਟਰ ਦੁੱਧ ਇੱਕ ਦੇਣਾ ਲੀਟਰ ਕਿਸੇ ਨੂੰ ਨਾਪ ਕੇ ਦੇਣਾ। ਸੋ ਇੱਕ ਕਿਵੇਂ ਦੋਗਾ? ਹਾਂ, ਇਹ ਬਹੁਤ ਵੱਡਾ ਮਸਲਾ। 1 ਲੀਟਰ ਵਾਲੇ ਉਹਦੇ ਵਿੱਚ ਜਿਹੜਾ ਪਾਉਣ ਵਾਲਾ ਹੁੰਦਾ, ਉਹਦੇ ਵਿੱਚ ਨਾਪ ਕੇ ਦੇ ਦੂਗਾ। ਹੱਦ ਹੋ ਗਈ। ਇੱਕ 5 ਦਾ, ਇੱਕ 3 ਦਾ, ਇੱਕ ਤਾਂ ਹੈ ਹੀ ਨਹੀਂ। वो 3 लीटर दे देगा, 2 लीटर वापस करेगा, ਉਹਦੀ ਸਿਰਦਰਦੀ ਹੁਣ। ਕਿਉਂ? ਨਹੀਂ ਇਹ ਤਾਂ ਹਰਿਆਣਵੀ ਚ ਆ ਗਏ, ਉਹ ਸਿਰਦਰਦੀ ਹੈ। ਹਾਂ ਤਾਂ ਨਹੀਂ, ਠੀਕ ਹੈ, ਉਹਨੂੰ ਕਹੂਗਾ ਵੀ ਆ 5 ਲੀਟਰ ਆ ਜੀ, ਲੀਟਰ ਕੱਢ ਲਓ ਤੇ 4 ਵਾਪਸ ਦੇ ਦਿਓ। ਹੋਰ ਕੀ? ਉਹ ਕਿਉਂ ਕੱਢੂਗਾ? ਇਹ ਤਾਂ ਦੁੱਧ ਵਾਲੇ ਦੀ ਹੈਡਿਕ ਹੈ ਨਾ, ਉਹਨੇ ਦੇਣਾ ਆ। ਨਹੀਂ ਚਾਹੀਦਾ ਤੇ ਉਹਨੂੰ ਹੈ ਨਾ, ਹੈਡਿਕ ਉਹਦੀ ਡਿਮਾਂਡ ਦੀ ਹੈ। ਪਤਾ ਕੀ ਕਰੂਗਾ? ਡਿਮਾਂਡ ਦੀ ਹੈ। 3 ਲੀਟਰ ਵਾਲੀ ਜਿਹੜੀ ਕੈਨੀ ਜੀ ਹੈ ਉਹਦੇ ਕੋਲੇ, ਉਹਦੇ ਚ ਅੱਧਾ ਲੀਟਰ ਦੁੱਧ ਪਾਊਗਾ, ਅੱਧਾ ਲੀਟਰ ਵਿੱਚ ਪਾਊਗਾ ਪਾਣੀ, 1 ਲੀਟਰ ਕਰਕੇ ਦੇ ਦੂਗਾ। ਹਾਂ ਠੀਕ ਬਾਤ। ਨਹੀਂ ਹਾਂ ਨਹੀਂ, ਅੱਛਾ ਫਿਰ ਇੱਧਰ ਵੀ ਜਵਾਬ ਹੈ ਜੀ। ਫਿਰ ਦੁੱਧ ਵਾਲੇ ਦੀ ਸਿਰਦਰਦੀ ਹੈ ਫਿਰ। ਨਹੀਂ ਫਿਰ ਇਹ ਦੁੱਧ ਵਾਲੇ ਦੁੱਧ ਕਿਉਂ ਲੈਣਾ? ਸਹੀ ਗੱਲ ਹੈ। ਪਰ ਲੈ ਜਾ ਵੀ ਜਿਹਦੇ ਕੋਲ ਲੀਟਰ ਵਾਲੀ ਕੈਨੀ ਹੈ ਨਹੀਂ ਜੀ, ਉਹਦੇ ਤੋਂ ਆਪਾਂ ਦੁੱਧ ਹੀ ਕਿਉਂ ਲੈਣਾ? ਉਹ ਵਿਚਾਰੇ ਕੋਲ ਹੁਣ 5 ਦੀ, ਇੱਕ 3 ਦੀ ਆ। ਨਹੀਂ ਵਿਚਾਰਾ ਨਹੀਂ, ਬਹੁਤ ਚਲਾਕ ਹੈ। ਜਾਂ ਤਾਂ 3 ਲਓ ਜਾਂ 5 ਲਓ। ਹਾਂ, ਉਹਦੀ ਸੇਲ ਵਧਾਉਣੀ। ਪਰ ਹੁਣ ਸਾਹਮਣੇ ਵਾਲੀ ਦੀ ਗਲਤੀ ਹੈ ਨਾ, ਉਹਨੇ 1 ਚਾਹੀਦਾ ਹੈ, ਉਹਨੂੰ 1 ਲੀਟਰ ਚਾਹੀਦਾ ਹੈ। ਗਲਤੀ ਕਿਉਂ? ਡਿਮਾਂਡ ਵਾਲੀ ਅੱਛਾ, ਦੁੱਧ ਵਾਲੀ ਦੀ ਗਲਤੀ ਕੱਢ ਰਹੇ ਹੋ, ਸਾਹਮਣੇ ਵਾਲੀ ਦੀ ਗਲਤੀ ਨਹੀਂ ਹੈ। ਕਸਟਮਰ ਕਦੀ ਗਲਤ ਨਹੀਂ ਹੁੰਦਾ। ਦੁੱਧ ਲੈਣ ਵਾਲਾ ਹਰ ਰੋਜ਼ ਲੈਂਦਾ ਦੁੱਧ ਜਿਹੜਾ ਲੈਂਦਾ ਬੰਦਾ, ਹਾਂ, ਉਹ ਹਰ ਰੋਜ਼ ਲੈਂਦਾ ਹੈ। ਫਿਰ ਉਹ 3 ਦਿਨਾਂ ਦਾ ਇਕੱਠਾ ਹੀ ਲੈ ਲੂ। ਉਹ ਤਾਂ ਖਰਾਬ ਹੋ ਜਾਊਗਾ। ਕਿੰਨੇ ਆਲਟਰਨੇਟਿਵਸ ਦੇਤੇ कितने सारे ਦੱਸੋ ਏਦਾਂ ਹੀ। ਨਾਲੇ ਲੌਜੀਕਲ ਦੇ ਰਹੇ ਹਾਂ। ਹਾਂ, अब आपको दूध वाले को ही डिफेंड करना है, तो वो हम क्या करें? ਇੰਨਾ ਖਾਸ ਦੁੱਧ ਵਾਲਾ ਤੁਹਾਡਾ। ਜਾਂ ਫਿਰ ਐ ਕਰੋ, ਜੇ ਤੁਹਾਡੇ ਕੋਲ ਸਹੀ ਜਵਾਬ ਹੈਗਾ ਤੁਸੀਂ ਉਹ ਦੇ ਦਿਓ, ਤੁਹਾਨੂੰ ਦੱਸ ਦਿਓ। ਪੱਕਾ? ਫਿਰ ਤੁਸੀਂ ਕਹਿ ਦੋ ਤੁਸੀਂ ਹਾਰ ਗਏ। ਹਾਰਦੇ ਉਰਦੇ ਨਹੀਂ ਅਸੀਂ। ਨਹੀਂ, ਤੁਸੀਂ ਤੁਹਾਨੂੰ ਕਹਿਣਾ ਪੈਣਾ। उस दिन तो हम पैदा ही नहीं हुए, जिस दिन हार बढ़ाया था। ਨਹੀਂ, ਫਿਰ ਵੀ ਕਹਿ ਦੋ। ਚਲੋ ਹਾਰ ਗਏ, ਕੋਈ ਗੱਲ ਨਹੀਂ ਯਾਰ, ਪਤਾ ਤਾਂ ਕਰੀਏ ਕੀ ਕਰਨਾ। ਦੇਖੀ ਗੱਲ ਕੋਈ ਐਵੇਂ ਹੀ ਹੋਣੀ ਹੈ, ਮੈਂ ਤੈਨੂੰ ਇਹ ਵੀ ਦੱਸ ਦਿੰਦਾ। ਹਾਂਜੀ ਆ ਜਾਓ। ਪੱਕਾ? ਅੱਛਾ, ਉਹ ਕੀ ਕਰੂਗਾ? 5 ਲੀਟਰ ਵਾਲੇ ਚ ਨਾ ਪਹਿਲਾਂ 3 ਲੀਟਰ ਪਾਊਗਾ, ਫਿਰ ਦੂਜੀ ਵਾਰ 3 ਲੀਟਰ ਪਾਊਗਾ, ਪਿੱਛੇ 1 ਲੀਟਰ ਬਚ ਜਾਊਗਾ, ਉਹ ਦੇ ਦੂਗਾ ਅਗਲੇ ਨੂੰ। इतना कॉम्प्लिकेशंस, फिर मैं समझ ही नहीं आया। 5 ਵਾਲੇ ਚੋਂ ਪਹਿਲਾਂ 3 ਲੀਟਰ ਪਾਊਗਾ, ਫਿਰ ਦੂਜੀ ਵਾਰ 3 ਪਾਊਗਾ। जो दूध लेने वाला होगा ना, उसका मूड बदल जाएगा, वो कहेगा मेरे को नहीं चाहिए। ਨਹੀਂ ਜਸਲੀਨ, ਆਪਾਂ ਇੱਕ ਕੰਮ ਕਰਦੇ ਹਾਂ, ਆਪਾਂ ਇੱਕ ਕੰਮ ਕਰਦੇ ਹਾਂ, ਆਪਾਂ ਕਹਿੰਦੇ ਓਕੇ ਓਕੇ। ਹਾਂ ਚਲੋ ਠੀਕ ਹੈ। ਤੁਸੀਂ ਹਾਰ ਗਏ, ਮੈਂ ਜਿੱਤ ਗਈ। ਇਨ ਸ਼ਾਰਟ, ਦੁੱਧ ਵਾਲਾ ਓਕੇ। ਐਸ ਵੀਰਾ ਸਾਨੂੰ ਲੱਗ ਗਿਆ, Your favorite दूध वाला। ਪਤਾ ਲੱਗ ਗਿਆ, ਕੋਈ ਗੱਲ ਨਹੀਂ। ਮੈਨੂੰ ਬੇਸਿਕਲੀ ਚਾਹ ਪਸੰਦ ਹੈ ਨਾ, ਸੋ ਦੁੱਧ ਵਾਲਾ ਚਾਹ ਵਾਲਾ, ਇਸ ਲਈ ਮੈਂ ਉਹਨੂੰ ਡਿਫੈਂਡ ਕਰ ਰਹੀ ਹਾਂ। आपको कॉन्ट्रैक्ट होएगा उसके साथ। ਅੱਛਾ ਚਲੋ, ਐਨੀ ਹਾਓ, ਸੋ ਇਟ ਵਾਸ ਜਸਟ ਅ ਫਨ ਸੈਗਮੈਂਟ। ਤੁਹਾਡੇ ਨਾਲ ਗੱਲ ਕਰਕੇ ਬਹੁਤ 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 ਮਜ਼ਾ ਆਇਆ। ਇਟ ਵਾਸ ਲਵਲੀ ਟਾਕਿੰਗ ਟੂ ਯੂ। ਆਈ ਕੈਨ ਵੈਲ ਇਮੇਜਿਨ ਇਸ ਇੰਟਰਵਿਊ ਤੋਂ ਬਾਅਦ ਕਿ ਤੁਸੀਂ ਫਨ ਤੇ ਕਿੰਨੀ ਕੀ ਮਸਤੀ ਕਰਦੇ ਹੋਣੇ। ਸੋ ਜਿਵੇਂ ਤੁਹਾਨੂੰ ਪਤਾ ਹੈ ਕਿ 1 ਸਾਲ ਬਾਅਦ ਫਿਲਮ ਆ ਰਹੀ ਹੈ, ਸਭ ਨੂੰ ਪਤਾ ਹੈ, ਤੇ ਆਮ ਸ਼ੋਰ ਗੈਪ ਵੀ ਬਹੁਤ ਪੈ ਗਿਆ ਤੇ ਲੋਕਾਂ ਨੂੰ ਐਕਸਪੈਕਟੇਸ਼ਨਸ ਵੀ ਓਨੀ ਕੀ ਹੋਣਗੀਆਂ। ਸੋ ਕੁਝ ਕਹਿਣਾ ਚਾਹੋਗੇ ਆਡੀਅנס ਨੂੰ? ਆਹੀ ਕਹਿਣਾ ਚਾਹੁੰਦੇ ਹਾਂ ਕਿ ਬੜੀ ਮਿਹਨਤ ਨਾਲ ਫਿਲਮ ਬਣਾਈ ਆ ਯਾਰ ਅਨਮੁੱਲੇ ਰਿਟਰਨਸ। ਯਾਰ ਅਨਮੁੱਲੇ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਸੀ, ਟਿੰਕੇ ਨੂੰ, ਪ੍ਰਿੰਕਾ ਨੂੰ, ਹੋਰ ਸਾਰੇ ਕਿਰਦਾਰਾਂ ਨੂੰ, ਤੇ ਉਹਨਾਂ ਹੀ ਕਿਰਦਾਰਾਂ ਨੂੰ ਦੁਬਾਰਾ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਬੜੀ ਮਿਹਨਤ ਕਰਕੇ। ਬਹੁਤ ਸੋਹਣੀ ਕਹਾਣੀ ਹੈ,
ਹਰ ਕੋਈ ਰਿਲੇਟ ਕਰੂਗਾ ਉਹਨਾਂ ਕੈਰੈਕਟਰਸ ਦੇ ਨਾਲ। ਜ਼ਰੂਰ ਸਿਨੇਮਾ ਘਰਾਂ 'ਚ ਜਾਇਓ। 10 ਸਤੰਬਰ ਨੂੰ ਸਿਨੇਮਾ 'ਚ ਲੱਗ ਰਹੀ ਹੈ ਫਿਲਮ, ਔਰ ਬੜੀ ਮਿਹਰਬਾਨੀ ਤੁਹਾਡੀ ਸਾਰਿਆਂ ਦੀ ਜਿਹੜੇ ਘਰੋਂ ਆਪਣੇ ਪਰਿਵਾਰਾਂ ਨੂੰ, ਦੋਸਤਾਂ ਨੂੰ ਲੈ ਕੇ ਸਿਨੇਮਾ 'ਚ ਜਾ ਰਹੇ ਆ। ਤੁਸੀਂ ਜਾਓਗੇ ਤਾਂ ਸਾਡੀਆਂ ਫਿਲਮਾਂ, ਸਿਨੇਮਾ, ਸਾਡਾ ਕਲਚਰ ਸਭ ਕੁਝ ਬਚੂਗਾ, ਸਾਡੀ ਲੈਂਗੁਏਜ ਬਚੂਗੀ। ਬੜੀ ਮਿਹਰਬਾਨੀ ਤੁਹਾਡੀ। ਜ਼ਰੂਰ 10 ਸਤੰਬਰ ਨੂੰ ਫਿਲਮ ਦੇਖਣ ਜਾਇਓ। ਥੈਂਕ ਯੂ ਸੋ ਮਚ। ਥੈਂਕ ਯੂ ਐਂਡ ਆਈ ਵਿਸ਼ ਬਹੁਤ ਚੰਗਾ ਰਿਸਪੌਂਸ ਹੈ, ਕਿਉਂਕਿ ਬਹੁਤ ਦੇਰ ਦੀ ਵੇਟ ਕਰ ਰਿਹਾ ਤੇ ਆਈ ਰੀਅਲੀ ਵਾਂਟ ਕਿ ਸਾਰੇ ਯਾਰ ਅਨਮੁੱਲੇ ਇਕੱਠੇ ਹੋ ਕੇ ਥੀਏਟਰਸ 'ਚ ਜਾਣ ਤੇ ਇਸ ਯਾਰ ਅਨਮੁੱਲੇ ਰਿਟਰਨ ਨੂੰ ਬਹੁਤ ਬਹੁਤ ਪਿਆਰ ਦੇਣ। ਐਂਡ ਥੈਂਕਸ ਟੂ ਯੂ ਗਾਈਜ਼, ਤੁਸੀਂ ਇੱਥੇ ਆਏ। ਥੈਂਕ ਯੂ ਸੋ ਮਚ ਫॉर ਟਾਕਿੰਗ ਟੂ ਅਸ। ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ ਐਂਡ ਥੈਂਕ ਯੂ ਸੋ ਮਚ ਫॉर ਵਾਚਿੰਗ ਅਸ। ਆਈ ਹੋਪ ਤੁਹਾਨੂੰ ਸਾਡੀ ਇਹ ਗੱਲਬਾਤ ਇਹਨਾਂ ਨਾਲ ਕਾਫੀ ਪਸੰਦ ਆਈ ਹੋਵੇਗੀ। ਫॉर ਮੋਰ ਅਪਡੇਟਸ ਸਟੇ ਟਿਊਨ ਟੂ ਅਸ। ਦਿਸ ਇਜ਼ ਮੀ ਸੋਨਾਲੀ ਸਾਈਨਿੰਗ ਆਫ।